गुरु जी की साजी नवाजी, गुरु रूप गुरु प्यारी साध संगत जी, वाहिगुरु जी का खालसा वाहिगुरु जी की फतेह। गुरमुख प्यारिओ, जो आपां नूं सतगुरु गुरबाणी गुरु विच उपदेश बख्शिश कर रही बारे समझाते कि जो सानू हुण मानस देही मिली है, ये 84 लाख जून चों उत्तम मानस जामा है। इस मानस जामे विच आपां नूं ये मौका दिता जांदा, इहदे विच असीं हुण भगती कर सकते, परमात्मा नाल मिलाप कर सकते, होर किसी भी आकार किसी भी जून दे विच जीव भगती कर नहीं सकते। सिर्फ एक मानस देही ही है जिहदे विच आपां भगती कर सकते। मारे फरमाउंदे 1,84 जून सवाई मानस को प्रभ दी वडियाई। ਇਹਦੇ ਵਿੱਚ 84 ਲੱਖ ਜੂਨ ਦੇ ਵਿੱਚ ਜਿਹੜੀ ਵਡਿਆਈ ਉਹ ਮਾਨਸ ਨੂੰ, ਕਿਉਂਕਿ ਸਭ ਤੋਂ ਉੱਤਮ ਹੈ, ਸਭ ਤੋਂ ਸ੍ਰੇਸ਼ਟ ਹੈ। ਤੇ ਇਹਦੇ ਵਿੱਚ ਹੁਣ ਆਪਾਂ ਨੂੰ ਕਹਿੰਦੇ ਵੀ ਤੁਸੀਂ ਪਰਮਾਤਮਾ ਨੂੰ ਮਿਲ ਸਕਦੇ ਹੋ, ਤੁਸੀਂ ਭਗਤੀ ਕਰ ਸਕਦੇ। ਰਮਾਉਂਦੇ ਸਭ ਮੋਹ ਮਾਇਆ ਸਰੀਰ ਹਰ ਕੀਆ, ਵਿੱਚ ਦੇਹੀ ਮਾਨੁਖ ਭਗਤ ਕਰਾਈ। ਇੱਕ ਨਾ ਸਤਿਗੁਰ ਮੇਲ ਸੁਖ ਦੇਵੇ, ਇੱਕ ਮਨ ਮੁਖ ਧੰਦ ਪਿਟਾਈ। ਹੁਣੇ ਮਾਨਸ ਜਾਮੇ ਵਿੱਚ ਆਪਾਂ ਨੂੰ ਕਹਿੰਦੇ ਵੀ ਅਸੀਂ ਭਗਤੀ ਕਰ ਸਕਦੇ ਹਾਂ, ਤੇ ਫਿਰ ਜਿਨ੍ਹਾਂ ਤੇ ਮਾਲਕ ਬਖਸ਼ਿਸ਼ ਕਰਦੇ, ਕਿਰਪਾ ਕਰਦੇ, ਉਹਨਾਂ ਨੂੰ ਆਪਣੀ ਭਗਤੀ ਤੇ ਲਾਉਂਦੇ, ਉਹਨਾਂ ਨੂੰ ਸਿਮਰਨ ਤੇ ਲਾਉਂਦੇ, ਉਹਨਾਂ ਨੂੰ ਸਤ ਸੰਗਤ 'ਚ ਲੈ ਕੇ ਆਉਂਦੇ। ਤੇ ਇੱਕ ਉਹ ਮਨਮੁਖ ਨੇ ਵੀ ਜਿਹੜੇ ਫਿਰ ਧੰਦੀ ਪਿੱਟੀ ਜਾਂਦੇ, ਦਿਨ ਰਾਤ ਕੰਮ ਹੀ ਕੀਤੀ ਜਾਂਦੇ, ਨਾ ਉਹ ਸਿਮਰਨ ਕਰਦੇ ਨੇ, ਨਾ ਉਹ ਸਤ ਸੰਗਤ 'ਚ ਆਉਂਦੇ, ਤੇ ਨਾ ਹੀ ਉਹ ਭਗਤੀ ਕਰਦੇ। ਉਹਨਾਂ ਨੂੰ ਪਤਾ ਹੀ ਨਹੀਂ ਭਗਤੀ
ਇਸ ਲਈ ਮਹਾਰਾਜ ਕਹਿੰਦੇ ਇੱਕ ਨਾ ਸਤਿਗੁਰ ਮੇਲ ਸੁਖ ਦੇਵੇ, ਇੱਕ ਮਨਮੁਖ ਧੰਦ ਪਿਟੈ। ਆਪਾਂ ਨੂੰ ਤਾਂ ਸਤਿਗੁਰੂ ਆਪਦੀ ਸ਼ਰਨ 'ਚ ਲਿਆ ਕੇ ਸੁੱਖ ਦਿੰਦੇ। ਜਦੋਂ ਆਪਾਂ ਸੰਗਤ 'ਚ ਆ ਕੇ ਬੈਠ ਜਾਂਦੇ ਸਾਡੇ ਮਨ ਨੂੰ ਸੁੱਖ ਮਿਲਦਾ, ਸਾਡੇ ਮਨ ਨੂੰ ਸ਼ਾਂਤੀ ਆਉਂਦੀ। ਤੇ ਇੱਕ ਉਹ ਜੀਵ ਨੇ ਜਿਹੜੇ ਹੁਣ ਸੰਗਤ 'ਚ ਤਾਂ ਆਉਂਦੇ ਨਹੀਂ, ਉਹ ਘਰਾਂ 'ਚ ਕੀ ਕਰਦੇ, ਲੜਾਈਆਂ ਝਗੜੇ, ਤੇ ਮਨ ਨੇ ਜਿਹੜੇ ਉਹ ਦੁਖੀ ਹੋ ਰਹੇ, ਦੁਰਮਤ ਦੀ ਅਗਨ ਦੇ ਵਿੱਚ ਜਲ ਰਹੇ ਨੇ, ਸੜ ਰਹੇ ਨੇ, ਦੁਖੀ ਹੋ ਰਹੇ। ਤੇ ਆਪਾਂ ਨੂੰ ਸਤਿਗੁਰੂ ਸੁੱਖ ਦਿੰਦੇ, ਸੰਗਤ 'ਚ ਲਿਆ ਕੇ ਬਿਠਾ ਦਿੰਦੇ, ਸਿਮਰਨ ਕਰਾਉਂਦੇ, ਆਪਣੀ ਵਿਚਾਰ ਸੁਣਾਉਂਦੇ, ਤੇ ਆਪਣੇ ਮਨ ਨੂੰ ਸ਼ਾਂਤੀ ਸੁੱਖ ਮਿਲਦਾ। ਇਸ ਲਈ ਵੀ ਇੱਕ ਨੂੰ ਤਾਂ ਸਤਿਗੁਰ ਨੂੰ ਮਿਲ ਕੇ ਸੁੱਖ ਦਿੰਦੇ, ਤੇ ਇੱਕ ਮਨਮੁਖ ਜਿਹੜੇ ਫਿਰ ਧੰਦੀ ਪਿੱਟੀ ਜਾਂਦੇ। ਧੰਦ ਪਿੱਟਣਾ ਕੀ ਹੁੰਦਾ, ਬਈ ਦਿਨ ਰਾਤ ਵਿਚਾਰਾਂ ਦੇ ਵਿੱਚ, ਹੌਰਨਿਆਂ ਦੇ ਵਿੱਚ, ਦੁਰਮਤ ਦੀ ਅਗਨ ਦੇ ਵਿੱਚ ਜਲਦੀ ਰਹਿਣਾ, ਦੁਖੀ ਰਹਿਣਾ, ਅਸ਼ਾਂਤੀ ਰਹਿਣਾ। ਸੋ ਇਸ ਵਾਸਤੇ ਫਿਰ ਜਦੋਂ ਮਾਲਕ ਆਪਣੇ ਤੇ ਕਿਰਪਾ ਕਰਦੇ, ਕਿਰਪਾ ਦੀ ਨਿਸ਼ਾਨੀ ਹੈ ਆਪਾਂ ਨੂੰ ਸਤ ਸੰਗਤ ਮਿਲਾਉਂਦੇ। ਮਾਰੇ ਫਰਮਾਉਂਦੇ ਜਿਸ ਤੇ ਕਿਰਪਾ ਕਰੇ ਤਿਸ ਸਤ ਸੰਗਤ ਮਿਲਾਏ। ਕਿ ਜਦੋਂ ਮਾਲਕ ਨੇ ਕਿਰਪਾ ਕਰਨੀ, ਸਾਨੂੰ ਸਤ ਸੰਗਤ ਦੇ ਵਿੱਚ ਲੈ ਕੇ ਆਉਣਾ, ਸਾਨੂੰ ਸਤ ਸੰਗਤ ਦਾ ਮਿਲਾਪ ਕਰਾਉਣਾ, ਫਿਰ ਇਹ ਆਪ ਹੀ ਮਾਲਕ ਕਿਰਪਾ ਕਰਦੇ, ਆਪਾਂ ਨੂੰ ਸਤ ਸੰਗਤ ਦੇ ਵਿੱਚ ਲੈ ਕੇ ਆਉਂਦੇ, ਬਿਠਾਉਂਦੇ, ਇਹ ਆਪੇ ਹੀ ਫਿਰ ਵਿਦਾ ਕਰਾਉਂਦੇ। ਮਾਰੇ ਫਰਮਾਉਂਦੇ ਆਪੇ ਸੰਗਤ ਸਬਦ ਬਹਾਲੇ, ਆਪੇ ਵਿਦਾ ਕਰਾਵੇ। ਕਿ ਆਪੇ ਹੀ ਸਾਨੂੰ ਸੰਗਤ 'ਚ ਲਿਆ ਕੇ ਬਿਠਾ ਲੈਂਦੇ, ਆਪੇ ਹੀ ਫਿਰ ਜਦੋਂ ਸਮਾਪਤੀ ਹੁੰਦੀ ਆਪਾਂ ਨੂੰ ਵਿਦਾ ਕਰਕੇ ਫਿਰ ਆਪਾਂ ਘਰੇ ਚਲੇ ਜਾਂਦੇ। ਇਹ ਮਾਲਕ ਆਪ ਹੀ ਕਿਰਪਾ ਕਰਦੇ। ਤਾਈਓ ਸਾਨੂੰ ਸਮਝਾਉਂਦੇ ਤੁਮਰੀ ਕਿਰਪਾ ਤੇ ਆਇਓ ਸਾਧ ਸੰਗ, ਇਹੋ ਕਾਜ ਤੁਮ ਆਪ ਕੀਓ। ਬਈ ਇਹ ਕਾਰਜ ਮਾਲਕ ਆਪ ਕਰਦੇ, ਸਤ ਸੰਗਤ ਸਾਨੂੰ ਮਿਲਾਉਂਦੇ, ਸਤ ਸੰਗਤ ਦੇ ਵਿੱਚ ਲੈ ਕੇ ਆਉਂਦੇ। ਫਿਰ ਜਿਨ੍ਹਾਂ ਨੂੰ ਇਹ ਸਤ ਸੰਗਤ ਮਿਲ ਜਾਂਦੀ ਹੈ, ਉਹ ਜਿਹੜੇ ਗੁਰਮੁਖ, ਉਹ ਜੀਵ ਫਿਰ ਤਰ ਜਾਂਦੇ। ਆਪਾਂ ਨੂੰ ਰੋਜ਼ ਸਤਿਗੁਰੂ ਫਰਮਾਉਂਦੇ, ਮੇਰੇ ਮਾਧੋ ਜੀ ਸਤ ਸੰਗਤ ਮਿਲੇ ਸੋ ਤਰਿਆ। ਕਿ ਜਿਨ੍ਹਾਂ ਨੂੰ ਸਤ ਸੰਗਤ ਮਿਲ ਗਈ, ਉਹਨਾਂ ਨੇ ਤਰ ਜਾਣਾ ਭਵ ਸਾਗਰ ਤੋਂ, ਸੰਸਾਰ ਸਾਗਰ ਤੋਂ। ਇਸ ਵਾਸਤੇ ਫਿਰ ਸਤ ਸੰਗਤ ਦੀ ਗੁਰਬਾਣੀ ਗੁਰੂ ਵਿੱਚ ਬਹੁਤ ਵਡਿਆਈ ਦੱਸੀ। ਪਰ ਜੀਵ ਨੂੰ ਸਤ ਸੰਗਤ ਦਾ ਵੀ ਪਤਾ ਨਹੀਂ। ਜਦ ਤੱਕ ਮਾਲਕ ਆਪ ਸਾਨੂੰ ਸਤ ਸੰਗਤ ਬਖਸ਼ਦੇ ਨਹੀਂ, ਸਾਨੂੰ ਇਹ ਨਹੀਂ ਪਤਾ ਲੱਗਦਾ ਵੀ ਸਤ ਸੰਗਤ ਕਿਹਨੂੰ ਕਹਿੰਦੇ, ਸਤ ਸੰਗਤ ਦੀ ਨਿਸ਼ਾਨੀ ਕੀ ਹੈ, ਕਿਹੜੀ ਸੰਗਤ ਅਸੀਂ ਕਰਨੀ, ਕਿਹੜੀ ਨਹੀਂ ਕਰਨੀ। ਉਹ ਫਿਰ ਆਪਾਂ ਨੂੰ ਮਾਰੇ ਸਤ ਸੰਗਤ ਦੀ ਪਹਿਚਾਣ ਦੱਸ, ਕਿ ਜਿਸੇ ਕੇਵਲ ਨਾਮ ਦਾ ਵਖਿਆਨ ਹੁੰਦਾ, ਜਿਸੇ ਮਾਲਕ ਨੂੰ ਮਿਲਾਪ ਦਾ ਰਸਤਾ ਦੱਸਿਆ ਜਾਂਦਾ, ਸਿਮਰਨ ਅਭਿਆਸ ਹੁੰਦਾ, ਜਿਸੇ ਕੋਈ ਵੀ ਸੰਸਾਰ ਦੀ ਦੁਨਿਆਵੀ ਗੱਲ ਨਹੀਂ, ਕਿਸੇ ਨਾਲ ਵੈਰ ਵਿਰੋਧ ਦੀ ਕੋਈ ਗੱਲ ਨਹੀਂ, ਉਸ ਨੂੰ ਗੁਰਬਾਣੀ ਗੁਰੂ ਵਿੱਚ ਸਤ ਸੰਗਤ ਕਹਿੰਦੇ। ਫਰਮਾਉਂਦੇ ਸਤ ਸੰਗਤ ਕੈਸੀ ਜਾਣੀਏ, ਜਿਸੇ ਇੱਕੋ ਨਾਮ ਵਖਾਣੀਏ। ਕਿ ਸਤ ਸੰਗਤ ਕਿਹਨੂੰ ਜਾਣੋ, ਕਿਹਨੂੰ ਸਮਝੋ, ਜਿਸੇ ਨਾਮ ਦਾ ਵਖਿਆਨ ਹੁੰਦਾ, ਜਿਸੇ ਮਾਲਕ ਨੂੰ ਮਿਲਾਪ ਦਾ ਰਸਤਾ ਦੱਸਿਆ ਜਾਂਦਾ ਹੈ,
ਜਿੱਥੇ ਸਿਮਰਨ ਅਭਿਆਸ ਹੁੰਦਾ, ਕਹਿੰਦੇ ਐਸੀ ਸੰਗਤ ਦੇ ਵਿੱਚ ਚੁੱਪ ਕਰਕੇ ਜਾ ਕੇ ਬੈਠ ਜਾਓ। ਰਮਾਉਂਦੇ ਤਿਤ ਜਾਏ ਬਹੁ ਸਤ ਸੰਗਤੀ, ਜਿਸੇ ਹਰਿ ਕਾ ਹਰ ਨਾਮ ਬਲੋਈਏ। ਜਿਵੇਂ ਹੁਣ ਆਪਾਂ ਹੀ ਸਿਮਰਨ ਕਰਦੇ ਹਾਂ, ਮਾਲਕ ਦਾ ਨਾਮ ਜਪਦੇ ਹਾਂ, ਕਹਿੰਦੇ ਐਸੀ ਸੰਗਤ 'ਚ ਜਿੱਥੇ ਸਿਮਰਨ ਹੁੰਦਾ ਚੁੱਪ ਕਰਕੇ ਜਾ ਕੇ ਬੈਠ ਜਾਓ। ਤੇ ਜਿਸੇ ਕੋਈ ਮੈਰ ਵਿਰੋਧ ਦੀ ਗੱਲ ਹੁੰਦੀ, ਕੋਈ ਨਿੰਦਿਆ ਕਰਦਾ, ਕੋਈ ਮਾੜੇ ਵਚਨ ਬੋਲਦਾ, ਫਿੱਕੇ ਬੋਲਦਾ, ਦੁਰਮਤੀ ਅਗਨ ਦੇ, ਐਸੀ ਜਿਹੜੀ ਸੰਗਤ ਉੱਥੋਂ ਚੁੱਪ ਕਰਕੇ ਉੱਠ ਕੇ ਬਾਹਰ ਚਲੀ ਜਾਓ। ਕਿਉਂਕਿ ਜਿਹੜੀ ਨਿੰਦਿਆ ਉਹ ਕਿਸੇ ਦੀ ਵੀ ਭਲੀ ਨਹੀਂ ਹੈ, ਸਭ ਦੀ ਮਾੜੀ ਹੈ। ਜਿਹੜੇ ਨਿੰਦਿਆ ਕਰਦੇ ਉਹਨਾਂ ਨੂੰ ਗੁਰਬਾਣੀ 'ਚ ਮਨਮੁਖ, ਮੂਰਖ ਕਹਿ ਦਿੱਤਾ, ਤੇ ਉਹਨਾਂ ਦਾ ਤਾਂ ਮੁੱਖ ਕਾਲਾ ਹੋਣਾ ਹੀ ਹੋਣਾ। ਜਿਹੜੇ ਬੈਠ ਕੇ ਸੁਣਦੇ ਨਾਲ ਉਹਨਾਂ ਨੂੰ ਵੀ ਹਿੱਸਾ ਮਿਲਦਾ, ਉਹਨਾਂ ਦਾ ਵੀ ਮੁੱਖ ਕਾਲਾ ਹੋ ਜਾਂਦਾ। ਤਾਈਓ ਮਹਾਰਾਜ ਸਾਨੂੰ ਫਰਮਾਉਂਦੇ, ਨਿੰਦਾ ਭਲੀ ਕਿਸੇ ਕੀ ਨਾਹੀ ਮਨਮੁਖ ਮੁਗਧ ਕਰਨ, ਮੂੰਹ ਕਾਲੇ ਤੇ ਨਾ ਨਿੰਦਕ ਨਰਕੇ ਘੋਰ ਪਵਨ। ਵੀ ਉਹਨਾਂ ਦੇ ਮੁੱਖ ਕਾਲੇ। ਸੋ ਇਸ ਵਾਸਤੇ ਜਿੱਥੇ ਨਿੰਦਿਆ ਹੁੰਦੀ, ਚੁਗਲੀ ਹੁੰਦੀ, ਵੈਰ ਵਿਰੋਧ ਦੀ ਗੱਲ ਹੁੰਦੀ, ਉੱਥੋਂ ਚੁੱਪ ਕਰਕੇ ਬਾਹਰ ਚਲੇ ਜਾਓ ਉੱਠ ਕੇ, ਤੇ ਨਾਲ ਦੀ ਨਾਲ ਸਿਮਰਨ ਕਰਕੇ ਜਿਹੜੀ ਮੈਲ ਲੱਗ ਗਈ ਉਹ ਮੈਲ ਨੂੰ ਨਾਲ ਦੀ ਨਾਲ ਹੀ ਝਾੜ ਦੇ। ਵੀ ਤਾਂ ਕਿ ਸਾਡੇ ਮਨ ਤੇ ਮੈਲ ਲੱਗੀ ਨਾ ਰਹਿ ਜੇ। ਜੇ ਮੈਲ ਲੱਗੀ ਰਹਿ ਗਈ ਉਹਨੇ ਸਾਨੂੰ ਦੁੱਖ ਦੇਣਾ। ਇਸ ਵਾਸਤੇ ਫਿਰ ਨਾਲ ਦੀ ਨਾਲ ਹੀ ਸਿਮਰਨ ਵਾਹਿਗੁਰੂ ਵਾਹਿਗੁਰੂ ਜਦੋਂ ਆਪਾਂ ਇਹ ਕਰਦੇ ਹਾਂ ਮੈਲ ਲੱਥ ਜਾਂਦੀ ਹੈ। ਸੋ ਆਓ ਹੁਣ ਜੋ ਆਪਾਂ ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਸੁਖਮਨੀ ਸਾਹਿਬ ਦੀ ਬਾਣੀ ਵਿੱਚ ਜੋ ਆਪਾਂ ਨੂੰ ਉਪਦੇਸ਼ ਬਖਸ਼ਿਸ਼ ਕਰ ਰਹੇ, ਸਤਿਗੁਰਾਂ ਦੀ ਕਿਰਪਾ ਦੁਆਰਾ ਇਹ ਆਪਾਂ ਵਿਚਾਰ ਕਰਦੇ ਹਾਂ। 18ਵੀਂ ਅਸ਼ਟਪਦੀ ਦੇ ਆਪਾਂ ਵਿਚਾਰ ਕਰ ਰਹੇ ਸੀ। 5 ਪਦਿਆਂ ਤੱਕ ਆਪਾਂ ਕੱਲ ਵਿਚਾਰ ਕੀਤੀ ਸੀ। ਇਸ ਅੱਗੇ 6ਵੇਂ ਪਦੇ ਵਿੱਚ ਜੋ ਸਤਿਗੁਰੂ ਆਪਾਂ ਨੂੰ ਬਖਸ਼ਿਸ਼ ਕਰਦੇ, ਫਰਮਾਉਂਦੇ, ਇਹੋ ਹਰ ਰਸ ਪਾਵੇ ਜਨ ਕੋਈ, ਅੰਮ੍ਰਿਤ ਪੀਵੇ ਅੰਮ੍ਰਿਤ ਹੋਈ। ਹੁਣ ਜੋ ਅੰਮ੍ਰਿਤ ਸਾਡੇ ਮਨ ਦਾ ਭੋਜਨ, ਇਸ ਨੂੰ ਹਰ ਰਸ ਵੀ ਕਹਿ ਦਿੱਤਾ, ਬ੍ਰਹਮ ਰਸ ਵੀ ਕਹਿ ਦਿੱਤਾ, ਅੰਮ੍ਰਿਤ ਰਸ ਵੀ, ਆਤਮ ਰਸ ਵੀ ਕਹਿ ਦਿੱਤਾ। ਹੁਣ ਇਹ ਜੋ ਹਰ ਰਸ ਹੈ, ਬ੍ਰਹਮ ਰਸ, ਇਹ ਮਹਾਰਾਜ ਕਹਿੰਦੇ ਕੋਈ ਵਿਰਲਾ ਜਨ, ਕੋਈ ਵਿਰਲੇ ਗੁਰਮੁਖ ਇਹ ਹਰ ਰਸ ਦੀ ਪ੍ਰਾਪਤੀ ਕਰਦੇ, ਅੰਮ੍ਰਿਤ ਦੀ ਪ੍ਰਾਪਤੀ ਕਰਦੇ। ਤੇ ਜਿਨ੍ਹਾਂ ਨੂੰ ਫਿਰ ਇਹ ਅੰਮ੍ਰਿਤ ਦੀ ਪ੍ਰਾਪਤੀ ਹੋ ਜਾਂਦੀ, ਜਿਹੜੇ ਅੰਮ੍ਰਿਤ ਨੂੰ ਪੀਂਦੇ ਉਹ ਅਮਰ ਹੋ ਜਾਂਦੇ। ਹੁਣ ਇਹ ਅੰਮ੍ਰਿਤ ਕਿੱਥੇ ਹੈ ਜਿਹੜਾ ਅੰਮ੍ਰਿਤ ਪੀ ਕੇ ਅਸੀਂ ਅਮਰ ਹੋਣਾ? ਇਹ ਹਰ ਰਸ ਇੱਥੇ ਹੈ ਜਿਹੜਾ ਸਾਨੂੰ ਆਉਣਾ। ਜਿਨ੍ਹਾਂ ਨੂੰ ਫਿਰ ਇਹ ਹਰ ਰਸ ਨਹੀਂ ਆਉਂਦਾ, ਅੰਮ੍ਰਿਤ ਰਸ ਨਹੀਂ ਆਉਂਦਾ, ਉਹਨਾਂ ਨੂੰ ਗੁਰਬਾਣੀ 'ਚ ਭਾਗਾਂ ਤੋਂ ਹੀਣੇ, ਉਹਨਾਂ ਨੂੰ ਜਮਾਂ ਦੇ ਵਸ ਆਖਿਆ ਵੀ ਇਹ ਵਾਪਸ ਫਿਰ ਜੂਨਾਂ 'ਚ ਚਲੇ ਜਾਣਗੇ। ਫਰਮਾਉਂਦੇ ਸਤਿਗੁਰੂ, ਜਿਨ ਹਰ 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 ਰਸ ਨਾਮ ਨਾ ਪਾਇਆ, ਤੇ ਭਾਗਹੀਣ ਜਮ ਪਾਸ। ਕਿ ਜਿਨ੍ਹਾਂ ਨੂੰ ਇਹ ਹਰ ਰਸ ਨਹੀਂ ਆਇਆ ਉਹ ਭਾਗਾਂ 'ਚੋਂ ਹੀਣੇ ਤੇ ਜਮਾਂ ਦੇ ਵਸ ਨੇ, ਉਹ ਜੂਨਾਂ 'ਚ ਜਾਣਗੇ। ਹੁਣ ਇਹ ਹਰ ਰਸ ਸਾਨੂੰ ਕਦੋਂ ਆਉਂਦਾ? ਜਦੋਂ ਅਸੀਂ ਇਹ ਸਿਮਰਨ ਕਰਦੇ ਹਾਂ। ਸਿਮਰਨ ਕਰਕੇ ਆਪਣਾ ਮਨ ਸਹਿਜ ਵਿੱਚ ਜਾਂਦਾ ਹੈ ਤੇ ਸਾਡੇ ਮੁਖ ਦੇ ਵਿੱਚ
ਅੰਮ੍ਰਿਤ ਆਉਣਾ ਸ਼ੁਰੂ ਹੋ ਜਾਂਦਾ, ਸਾਡਾ ਮੁੱਖ ਮਿੱਠਾ ਹੋਣ ਲੱਗ ਜਾਂਦਾ। ਇਸ ਨੂੰ ਕਹਿੰਦੇ ਹਰ ਰਸ, ਬ੍ਰਹਮ ਰਸ, ਅੰਮ੍ਰਿਤ ਰਸ, ਸਾਡੇ ਮਨ ਦਾ ਭੋਜਨ, ਸਾਡੇ ਮਨ ਦੀ ਖੁਰਾਕ। ਫਰਮਾਉਂਦੇ ਮਨ ਕਾ ਤੋਸਾ ਹਰ ਨਾਮ ਹੈ, ਹਿਰਦੇ ਰੱਖੋ ਸੰਭਾਲ। ਇਹੋ ਘਰ 'ਚ ਅਖੁੱਟ ਹੈ, ਗੁਰਮੁਖ ਨਿਭੇ ਨਾਲ। ਇਹਨੂੰ ਮਨ ਦਾ ਭੋਜਨ, ਮਨ ਦਾ ਤੋਸਾ ਆਖਿਆ, ਵੀ ਇਹਨੂੰ ਨਾਮ ਰਸ ਵੀ ਆਖਿਆ। ਇਹ ਜੋ ਸਾਡੇ ਮਨ ਦਾ ਭੋਜਨ। ਹੁਣ ਜਦੋਂ ਅਸੀਂ ਇਹ ਸਿਮਰਨ ਕਰਦੇ ਹਾਂ, ਸਿਮਰਨ ਕਰਕੇ ਆਪਣਾ ਸਵਾਸਾਂ ਦਾ ਧਨ ਇਹ ਨਿਰਗੁਣ ਦੇ ਖਜ਼ਾਨੇ 'ਚ, ਖਾਲੀ ਖਲਾ 'ਚ ਜਮ੍ਹਾਂ ਕਰਾਉਣੀ। ਫਿਰ ਮਾਲਕ ਸਾਡੇ ਅੰਦਰ ਬੈਠ ਕੇ ਇਸ ਸਵਾਸਾਂ ਨੂੰ ਤੋਲਦੇ ਕਿ ਕਿਹੜੇ ਗੁਰਮੁਖ ਨੇ ਕਿੰਨਾ ਕਿੰਨਾ ਧਨ ਸਵਾਸਾਂ ਦਾ ਜਮ੍ਹਾਂ ਕਰਾਇਆ। ਫਰਮਾਉਂਦੇ ਇਸ ਕਾਇਆ ਅੰਦਰ ਤੋਲਤ ਲਾਵੇ, ਆਪੇ ਤੋਲਣਹਾਰਾ ਬੈਠ ਕੇ ਤੋਲਦੇ। ਜੇ ਦੇਖਦੇ ਵੀ ਇੰਨੇ ਧਨ ਜਮ੍ਹਾਂ ਹੋ ਗਿਆ, ਨਾਮ ਦੀ ਸਾਨੂੰ ਪ੍ਰਾਪਤੀ ਹੋ ਸਕਦੀ ਤੇ ਸਾਨੂੰ ਨਾਮ ਰਤਨ ਦੀ ਪ੍ਰਾਪਤੀ ਹੋ ਜਾਂਦੀ, ਸਾਡੇ ਅੰਦਰ ਅਨਹਦ ਸ਼ਬਦ ਨਾਦ ਵੱਜਣਾ ਸ਼ੁਰੂ ਹੋ ਜਾਂਦਾ। ਜੇ ਦੇਖਦੇ ਵੀ ਹਜੇ ਇੰਨਾ ਧਨ ਨਹੀਂ ਜਮ੍ਹਾਂ ਕਰਾਇਆ, ਨਾਮ ਦੇ ਬਰਾਬਰ ਵੀ ਇਹਨੂੰ ਨਾਮ ਦੀ ਪ੍ਰਾਪਤੀ ਹੋਵੇ, ਫਿਰ ਅਸੀਂ ਜਦੋਂ ਸਿਮਰਨ ਕੀਤੀ ਜਾਂਦੇ ਉਹ ਸਾਨੂੰ ਰਸ ਦੇਣਾ ਸ਼ੁਰੂ ਕਰ ਦਿੰਦੇ। ਥੋੜਾ ਥੋੜਾ ਸਾਡਾ ਮੁੱਖ ਜਿਹੜਾ ਮਿੱਠਾ ਹੋਣਾ ਸ਼ੁਰੂ ਹੋ ਜਾਂਦਾ। ਫਿਰ ਜਦੋਂ ਮੁੱਖ ਮਿੱਠਾ ਹੋਣ ਲੱਗ ਗਿਆ, ਉਦੋਂ ਵੀ ਕਹਿੰਦੇ ਵੱਡੇ ਭਾਗਾਂ ਵਾਲੇ ਬਣ ਗਏ ਵੀ ਇਹਨਾਂ ਦਾ ਮੁੱਖ ਮਿੱਠਾ ਹੋਏ, ਮਾਲਕ ਨੇ ਅੰਮ੍ਰਿਤ ਦਿੱਤਾ। ਰਮਾਉਂਦੇ ਸਹਿਜ ਆਨੰਦ ਹੋਆ ਬੜ ਭਾਗੀ, ਮਨ ਹਰ ਹਰ ਮੀਠਾ ਲਾਇਆ। ਹੁਣ ਇਹ ਜਿਹੜਾ ਹਰ ਰਸ ਇਹ ਸਾਨੂੰ ਮਿਲਦਾ ਹਰੀ ਦੇ ਹੱਟ ਤੋਂ, ਮੋਖ ਦੇ ਹੱਟ ਤੋਂ, ਜਿਹਨੂੰ 10ਵਾਂ ਦਵਾਰ ਕਹਿੰਦੇ। ਆਪਾਂ ਫਿਰ ਜਦੋਂ ਉੱਥੇ ਸਵਾਸਾਂ ਦਾ ਧਨ ਜਮ੍ਹਾਂ ਕਰਾਉਂਦੇ ਮੋਖ ਦੇ ਹੱਟ ਤੇ ਫਿਰ ਸਾਨੂੰ ਉੱਥੋਂ ਅੰਮ੍ਰਿਤ ਰਸ ਦੀ ਪ੍ਰਾਪਤੀ ਹੁੰਦੀ। ਫਿਰ ਸਾਨੂੰ ਨਾਮ ਦੀ ਪ੍ਰਾਪਤੀ ਹੁੰਦੀ। ਤੇ ਪਹਿਲਾਂ ਤਾਂ ਸਾਨੂੰ ਥੋੜਾ ਥੋੜਾ ਰਸ ਦਿੰਦੇ, ਜਦੋਂ ਆਪਾਂ ਜਿੰਨਾ ਕੁ ਸਿਮਰਨ ਕਰਦੇ ਹਾਂ ਸਾਨੂੰ ਦੇਈ ਜਾਂਦੇ। ਜਦੋਂ ਸਾਨੂੰ ਨਾਮ ਦੀ ਪ੍ਰਾਪਤੀ ਹੋ ਜਾਂਦੀ, ਨਾਮ ਦੇ ਨਾਲ ਸਾਡੀ ਸੁਰਤੀ ਜੁੜ ਜਾਂਦੀ, ਫਿਰ ਉਹ ਨਾਮ ਨੂੰ ਰਸਾਂ ਦੀ ਖਾਨ ਆਖੀ। ਜਦੋਂ ਸਾਡੀ ਸੁਰਤੀ ਨਾਮ ਨਾਲ ਜੁੜਦੀ, ਫਿਰ ਸਾਡੇ ਅੰਦਰ ਧਾਰ ਪੈਣ ਲੱਗ ਜਾਂਦੀ ਅੰਮ੍ਰਿਤ ਦੀ। ਇਹ ਉਸ ਨੂੰ ਮਾਰੇ ਹੀ ਕਹਿੰਦੇ ਝਿਮ ਝਿਮ ਵਰਸੇ ਅੰਮ੍ਰਿਤ ਧਾਰਾ, ਮਨ ਪੀਵੇ ਸੁਣ ਸ਼ਬਦ ਵਿਚਾਰਾ। ਕਿ ਉਹ ਫਿਰ ਸਾਡੇ ਅੰਦਰ ਧਾਰ ਪੈਣ ਲੱਗ ਜਾਂਦੀ ਅੰਮ੍ਰਿਤ ਦੀ, ਤੇ ਮਨ ਪੀਂਦਾ ਜਦੋਂ ਸ਼ਬਦ ਦੇ ਗੁਰੂ ਦੇ ਨਾਲ ਜੁੜਦਾ। ਉਦੋਂ ਫਿਰ ਕਹਿੰਦੇ ਅੰਮ੍ਰਿਤ ਪੀਵੇ ਅੰਮ੍ਰਿਤ ਹੋਵੇ, ਵੀ ਇਹਨਾਂ ਨੇ ਹੁਣ ਅੰਮ੍ਰਿਤ ਪੀ ਲਿਆ, ਇਹਨਾਂ ਨੂੰ ਅੰਮ੍ਰਿਤ ਆਉਣ ਲੱਗ ਗਿਆ, ਹੁਣ ਇਹ ਅਮਰ ਹੋ ਗਏ, ਹੁਣ ਇਹਨਾਂ ਦੀ ਦੁਬਾਰਾ ਮੌਤ ਨਹੀਂ ਹੋਏਗੀ, ਇਹ ਦੁਬਾਰਾ ਜਨਮ ਮਰਨ 'ਚ ਨਹੀਂ ਜਾਣਗੇ। ਫਿਰ ਮਹਾਰਾਜ ਅੱਗੇ ਫਰਮਾਉਂਦੇ ਉਸ ਪੁਰਖ ਕਾ ਨਹੀਂ ਕਦੇ ਵਿਨਾਸ਼, ਜਾ ਕੇ ਮਰਨ ਪ੍ਰਗਟੇ ਗੁਣਤਾਸ। ਕਿ ਉਹ ਜਿਹੜਾ ਪੁਰਖ ਮਹਾਂਪੁਰਖ, ਉਹਦਾ ਫਿਰ ਕਦੇ ਵਿਨਾਸ਼ ਨਹੀਂ ਹੁੰਦਾ, ਜਿਹਦੇ ਮਨ ਦੇ ਵਿੱਚ ਉਹ ਮਾਲਕ ਜਿਹੜਾ ਗੁਣਾਂ ਦਾ ਖਜ਼ਾਨਾ ਗੁਣਤਾਸ ਬਈ ਉਹ ਪ੍ਰਗਟ ਹੋ ਗਿਆ, ਸੱਚ ਪ੍ਰਗਟ ਹੋ ਗਿਆ, ਪ੍ਰਕਾਸ਼। ਇਹ ਉਹ ਗੁਰਮੁਖ ਕਦੇ ਉਹਨਾਂ ਦਾ ਵਿਨਾਸ਼ ਨਹੀਂ ਹੁੰਦਾ, ਉਹ ਸਦਾ ਵਾਸਤੇ ਜਿਉਂਦੇ, ਉਹ ਸਦਾ ਲਈ ਅਮਰ ਹੋ ਜਾਂਦੇ। ਤਾਈਓਂ ਫਿਰ ਉਹਨਾਂ ਨੂੰ ਸੰਤ ਸਾਧੂ ਭਗਤ ਮਹਾਂਪੁਰਖ ਬ੍ਰਹਮ ਗਿਆਨੀ ਇਹਨਾਂ ਨਾਮਾਂ ਦੇ ਨਾਲ ਸੰਬੋਧਨ ਕੀਤਾ ਜਾਂਦਾ ਹੈ। ਤੇ ਮਹਾਰਾਜ ਸਾਨੂੰ ਫਰਮਾਉਂਦੇ ਬ੍ਰਹਮ ਗਿਆਨੀ ਸਦ ਜੀਵੇ ਨਹੀਂ ਮਰਦਾ।
कि वो ब्रह्म ज्ञानी सदा जिਉਂਦਾ, वो कदे मरदा नहीं। तो इसे भी महाराज कहते भी ਜਿਹੜੇ ਅੰਮ੍ਰਿਤ पी ਲੈਂਦੇ ਉਹ ਪੁਰਖ ਦਾ ਕਦੇ ਵਿਨਾਸ਼ ਨਹੀਂ ਹੁੰਦਾ। ਜਿਨ੍ਹਾਂ ਦੇ ਮਨ 'ਚ ਸੱਚ ਪ੍ਰਗਟ ਹੋ ਗਿਆ, ਨਾਮ ਪ੍ਰਗਟ ਹੋ ਗਿਆ, ਉਹ ਸਦਾ ਲਈ ਫਿਰ ਅਮਰ ਹੋ ਜਾਂਦੇ। ਅੱਗੇ ਮਹਾਰਾਜ ਬਖਸ਼ਿਸ਼ ਕਰਦੇ, 8 ਪਹਿਰ ਹਰ ਕਾ ਨਾਮ ਲਈ, ਸੱਚ ਉਪਦੇਸ਼ ਸੇਵਕ ਕੋ ਦੇ। ਐਸਾ ਫਿਰ ਗੁਰਮੁਖ ਜਿਹੜਾ ਨਾਮ ਦੇ ਵਿੱਚ ਸਮਾ ਗਿਆ, ਜਿਹਨੂੰ ਅੰਮ੍ਰਿਤ ਜਲ ਦੀ ਪ੍ਰਾਪਤੀ ਹੋ ਗਈ, ਉਹ ਫਿਰ 8 ਪਹਿਰ ਹੀ ਉਹਨਾਂ ਦੀ ਲੈਬ ਨਾਮ ਦੇ ਨਾਲ ਲੱਗੀ ਰਹਿੰਦੀ, ਨਾਮ ਦੇ ਨਾਲ ਜੁੜੇ ਰਹਿੰਦੇ। ਫਿਰ ਉਹ ਅੱਗੇ ਜਿਹੜਾ ਉਪਦੇਸ਼ ਕਰਦੇ, ਫਿਰ ਉਸ ਉਪਦੇਸ਼ ਨੂੰ ਅਸੀਂ ਸੁਣ ਕੇ ਮੰਨ ਕੇ ਆਪਣੇ ਜੀਵਨ ਦਾ ਜੋ ਲਾਹਾ ਉਹ ਅਸੀਂ ਲਾਹਾ ਕੱਟ ਸਕਦੇ, ਅਸੀਂ ਵੀ ਸਦਾ ਵਾਸਤੇ ਅਮਰ ਹੋ ਸਕਦੇ। ਤਾਈਓ ਫਿਰ ਸਾਨੂੰ ਗੁਰਮੁਖ ਜੋ ਉਪਦੇਸ਼ ਦਿੰਦੇ ਉਹ ਫਿਰ ਸੱਚ ਦਾ ਉਪਦੇਸ਼ ਹੁੰਦਾ ਹੈ। ਸੱਚ ਉਪਦੇਸ਼ ਸੇਵਕ ਕੋ ਦੇ। ਬਈ ਜੋ ਸਾਨੂੰ ਜਿਵੇਂ ਹੁਣ ਗੁਰਬਾਣੀ ਗੁਰੂ ਉਪਦੇਸ਼ ਦੇ ਰਹੇ, ਗੁਰੂ ਸਾਹਿਬਾਨ ਭਗਤ ਜਨ ਸਾਨੂੰ ਉਪਦੇਸ਼ ਦਿੰਦੇ, ਜਿਹੜਾ ਸੱਚ ਦਾ ਉਪਦੇਸ਼ ਹੁੰਦਾ ਉਹ ਕਿਸੇ ਇੱਕ ਵਾਸਤੇ ਨਹੀਂ, ਉਹ ਸਾਰਿਆਂ ਲਈ ਸਾਂਝਾ ਹੁੰਦਾ, ਸਾਰੀ ਲੋਕਾਈ ਵਾਸਤੇ ਹੁੰਦਾ ਹੈ। ਜਿਵੇਂ ਹੁਣ ਆਪਾਂ ਨੂੰ ਸਤਿਗੁਰੂ ਸਮਝਾਉਂਦੇ ਵੀ ਸਾਰਿਆਂ ਲਈ ਸਾਂਝਾ ਉਪਦੇਸ਼ 4 ਵਰਨਾਂ ਲਈ। ਫਰਮਾਉਂਦੇ ਖੱਚਰੀ ਬ੍ਰਾਹਮਣ ਸੂਦ ਵੈਸ ਉਪਦੇਸ਼ 4 ਵਰਨਾਂ ਕੋ ਸਾਂਝਾ। ਕਿ ਪਹਿਲਾਂ ਜੀਵ 4 ਵਰਨਾਂ 'ਚ ਵੰਡੇ ਹੋਏ ਸੀ, ਕੁਝ ਬ੍ਰਾਹਮਣ, ਕੁਝ ਖੱਤਰੀ, ਸ਼ੂਦਰ ਤੇ ਵੈਸ। ਤੇ ਮਹਾਰਾਜ ਕਹਿੰਦੇ ਜੋ ਸੱਚ ਦਾ ਉਪਦੇਸ਼ ਉਹ ਸਾਰਿਆਂ ਲਈ ਸਾਂਝਾ, ਉਹ ਕਿਸੇ ਇੱਕ ਸ਼੍ਰੇਣੀ ਲਈ ਨਹੀਂ ਜਾਂ ਇੱਕ ਕਿਸੇ ਲਈ ਨਹੀਂ, ਸਭ ਵਾਸਤੇ। ਤਾਈਓ ਫਿਰ ਜਿਹੜੇ ਗੁਰਮੁਖ ਨਾਮ ਦੇ ਨਾਲ ਜੁੜੇ ਹੋਏ, ਜਿਹੜੇ 8 ਪਹਿਰ ਮਾਲਕ ਨੂੰ ਧਿਆਉਂਦੇ, ਉਹ ਫਿਰ ਜੋ ਉਪਦੇਸ਼ ਦਿੰਦੇ ਉਹ ਸਾਰਿਆਂ ਵਾਸਤੇ ਹੀ ਹੁੰਦਾ, ਕਿਸੇ ਇੱਕ ਵਾਸਤੇ ਨਹੀਂ, ਕਿਉਂਕਿ ਉਹ ਕਿਸੇ ਨਾਲ ਵਿਤਕਰਾ ਨਹੀਂ ਕਰਦੀ। ਮਹਾਰਾਜ ਕਹਿੰਦੇ ਪਰਥਾਈ ਸਾਖੀ ਮਹਾਂਪੁਰਖ ਬੋਲਦੇ, ਸਾਂਝੀ ਸਗਲ ਜਹਾਨੀ। ਇਹ ਸਾਰੇ ਸੰਸਾਰ ਲਈ, ਸਾਰੇ ਜਹਾਨ ਲਈ ਸਾਂਝਾ ਉਪਦੇਸ਼, ਸਾਰਿਆਂ ਲਈ ਇੱਕੋ ਉਪਦੇਸ਼। ਫਿਰ ਮਹਾਰਾਜ ਅੱਗੇ ਦੱਸਦੇ, ਮੋਹ ਮਾਇਆ ਕੇ ਸੰਗ ਨ ਲੇਪ, ਮਨ ਮੈਂ ਰਾਖੇ ਹਰ ਹਰ ਏਕ। ਬਈ ਐਸੇ ਜਿਹੜੇ ਗੁਰਮੁਖ ਨਾਮ 'ਚ ਸਮਾ ਗਏ, ਜਿਨ੍ਹਾਂ ਦੇ ਹਿਰਦੇ 'ਚ ਸੱਚ ਵਸਦਾ, ਉਹਨਾਂ ਨੂੰ ਫਿਰ ਮਾਇਆ ਦਾ ਜਿਹੜਾ ਲੇਪ, ਮਾਇਆ ਦਾ ਮੋਹ ਨਹੀਂ ਲੱਗਦਾ ਹੈ। ਉਹਨਾਂ ਦਾ ਜਿਹੜਾ ਮੋਹ ਪ੍ਰੇਮ ਉਹ ਮਾਲਕ ਦੇ ਨਾਲ, ਪਰਮਾਤਮਾ ਦੇ ਨਾਲ। ਤੇ ਸਾਡੇ ਮਨ ਨੂੰ ਇਹ ਮਾਇਆ ਮੋਹ ਲੈਂਦੀ। ਸਾਡਾ ਪਿਆਰ ਹੈ ਜਿਹੜਾ ਮਾਇਆ ਦੇ ਨਾਲ ਪਿਆਰ ਹੁੰਦਾ, ਤੇ ਗੁਰਮੁਖਾਂ ਦਾ ਪਿਆਰ ਪਰਮਾਤਮਾ ਦੇ ਨਾਲ। ਤੇ ਜਦੋਂ ਪਰਮਾਤਮਾ ਨਾਲ ਪ੍ਰੀਤ ਪੈ ਗਈ, ਫਿਰ ਜਿਹੜੀ ਮਾਇਆ ਇਹ ਸਾਡੇ ਮਨ ਨੂੰ ਮੋਹ ਨਹੀਂ ਸਕਦੀ। ਫਿਰ ਇਹ ਜਿਹੜਾ ਮਾਇਆ ਦਾ ਮੋਹ ਫਿਰ ਉਹਨਾਂ ਗੁਰਮੁਖਾਂ ਨੂੰ ਨਹੀਂ ਲੱਗਦਾ, ਤੇ ਉਹ ਮਨ ਦੇ ਵਿੱਚ ਹਰ ਸਮੇਂ ਇੱਕ ਮਾਲਕ ਨੂੰ ਵਸਾ ਕੇ ਰੱਖਦੀ। ਮਨ ਮੈਂ ਰਾਖੇ ਹਰ ਹਰ ਏਕ। ਮਾਇਆ ਕੌਣ ਹੈ? ਮਾਇਆ ਦੂਜੀ ਹੈ, ਮਾਇਆ ਦੂਜਾ ਹੈ, ਤੇ ਇੱਕ ਪਰਮਾਤਮਾ ਆਪ ਹੈ। ਹੁਣ ਜਿਨ੍ਹਾਂ ਨੇ ਇੱਕ ਨੂੰ ਵਸਾਰ ਕੇ ਦੂਜੇ ਨਾਲ ਮੋਹ ਪਾ ਲਿਆ, ਦੂਜੇ ਨਾਲ ਪਿਆਰ ਪਾ ਲਿਆ, ਉਹ ਫਿਰ ਇਹ ਭਵ ਸਾਗਰ 'ਚ ਡੁੱਬ ਜਾਂਦੇ। ਮਾਰੇ ਫਰਮਾਉਂਦੇ ਖਸਮ ਛੋੜ ਦੂਜੇ ਲੱਗੇ, ਡੂਬੇ ਸੇਵਨ ਜਾ ਰਹੇ ਆ। ਕਿ ਜਿਨ੍ਹਾਂ ਨੇ ਇੱਕ ਆਪਦੇ ਪਤੀ ਨੂੰ, ਖਸਮ ਨੂੰ ਵਸਾਰ ਕੇ
ਦੂਜੇ ਨਾਲ ਮੋਹ ਪਾਇਆ ਮਾਇਆ ਦੇ ਨਾਲ, ਤੇ ਉਹ ਫਿਰ ਡੁੱਬ ਜਾਂਦੇ ਇਸ ਭਵ ਸਾਗਰ ਸੰਸਾਰ ਸਾਗਰ ਦੇ ਵਿੱਚ। ਤੇ ਜਿਨ੍ਹਾਂ ਨੇ ਇੱਕ ਨਾਲ ਪ੍ਰੀਤ ਲਾ ਲਈ ਉਹ ਤਰ ਜਾਂਦੇ ਨੇ। ਫੇਰ ਮਹਾਰਾਜ ਅੱਗੇ ਬਖਸ਼ਿਸ਼ ਕਰਦੇ, ਅੰਧਕਾਰ ਦੀਪਕ ਪ੍ਰਗਾਸੇ, ਨਾਨਕ ਭਰਮ ਮੋਹ ਦੁਖ ਤਹਿਤੇ ਨਾਸੇ। ਬਈ ਸਾਡੇ ਅੰਦਰ ਪਹਿਲਾਂ ਅੰਧਕਾਰ ਹਨੇਰਾ ਹੁੰਦਾ ਗਿਆਨ ਦਾ, ਜਦੋਂ ਫਿਰ ਐਸੇ ਗੁਰਮੁਖਾਂ ਦਾ ਸਾਨੂੰ ਸਤਿਪੁਰਖ ਦਾ ਸੰਗ ਹੁੰਦਾ, ਮਹਾਂਪੁਰਖਾਂ ਦਾ ਸੰਗ ਹੁੰਦਾ, ਸੰਤਾਂ ਦਾ, ਉਹ ਸਾਡੇ ਅੰਦਰ ਗਿਆਨ ਦਾ ਦੀਪਕ ਜਲਾ ਦਿੰਦੇ, ਗਿਆਨ ਦਾ ਪ੍ਰਕਾਸ਼ ਕਰ ਦਿੰਦੇ, ਜਿਸ ਨੂੰ ਮਾਰੇ ਫਿਰ ਆਪਾਂ ਨੂੰ ਸਮਝਾਉਂਦੇ ਵੀ ਜਦੋਂ ਅਸੀਂ ਸੰਤਾਂ ਦਾ ਸੰਗ ਕਰਦੇ ਸਾਡੇ ਫਿਰ ਇਹ ਗਿਆਨ ਦਾ ਜਿਹੜਾ ਪ੍ਰਕਾਸ਼, ਗਿਆਨ ਦਾ ਦੀਪਕ ਜਲ ਪੈਂਦਾ ਹੈ, ਤੇ ਫਿਰ ਸਾਨੂੰ ਦਿਖਣਾ ਸ਼ੁਰੂ ਹੋ ਜਾਂਦਾ। ਪਹਿਲਾਂ ਸਾਨੂੰ ਅੰਧਕਾਰ ਹਨੇਰੇ ਵਿੱਚ ਕੁਝ ਦਿਖਾਈ ਨਹੀਂ ਦਿੰਦਾ। ਇਸ ਲਈ ਮਾਰੇ ਕਹਿੰਦੇ, ਸਤਿਗੁਰ ਸ਼ਬਦ ਜਾਰੋ ਦੀਪਾ, ਬਿਨ ਸਿਓ ਅੰਧਕਾਰ ਤਹਿ ਮੰਦਰ ਰਤਨ ਕੋਠੜੀ ਖੁੱਲੀ ਅਨੂਪਾ। ਬੈਸਮਨ ਬੇਸਮ ਭਾਈ ਜੋ ਪੇਖਿਓ, ਕਹਿਣ ਨਾ ਜਾਈ ਵਡਿਆਈ, ਮਗਨ ਭਏ ਉਹਾਂ ਸੰਗ ਮਾਥੇ ਓਤ ਪੋਤ ਲਪਟਾਈ। ਜਦੋਂ ਦਾ ਸਾਡੇ ਅੰਦਰ ਹਨੇਰਾ ਹੁੰਦਾ ਸਾਨੂੰ ਪਤਾ ਨਹੀਂ ਲੱਗਦਾ ਵੀ ਸਾਡੇ ਅੰਦਰ ਕਿੱਥੇ ਕੀ ਕੁਝ ਪਿਆ ਹੈ, ਸਾਡੇ ਅੰਦਰ ਅੰਮ੍ਰਿਤ ਕਿੱਥੇ ਹੈ, ਨਾਮ ਕਿੱਥੇ ਹੈ, ਮਾਲਕ ਕਿੱਥੇ ਬੈਠੇ, ਸਾਡਾ ਘਰ ਕਿੱਥੇ। ਜਿਵੇਂ ਹੁਣ ਆਪ ਚਾਨਣ ਕੀਤਾ ਹੈ ਆਪਾਂ ਨੂੰ ਦਿਖਾਈ ਦਿੰਦਾ ਹੈ, ਆ ਲਾਈਟ ਬੰਦ ਕਰ ਦਈਏ ਹਨੇਰਾ ਹੋ ਜਾਣਾ ਤੇ ਹਨੇਰੇ 'ਚ ਆਪਾਂ ਨੂੰ ਕੁਛ ਦਿਸਣਾ ਹੀ ਨਹੀਂ ਵੀ ਕਿਹੜਾ ਸਮਾਨ ਕਿੱਥੇ ਪਿਆ। ਹੁਣ ਚਾਨਣ ਕਰਕੇ ਹੀ ਆਪਾਂ ਨੂੰ ਦਿਸਦਾ ਵੀ ਆਹ ਸਮਾਨ ਆ ਇੱਥੇ ਆ ਕੁਝ ਪਿਆ। ਇਸੇ ਤਰ੍ਹਾਂ ਹੀ ਜਦ ਤੱਕ ਸਾਡੇ ਅੰਦਰ ਪ੍ਰਕਾਸ਼ ਨਹੀਂ ਹੁੰਦਾ ਸਾਨੂੰ ਇਹ ਨਹੀਂ ਪਤਾ ਲੱਗਦਾ ਵੀ ਸਾਡੇ ਅੰਦਰ ਕੀ ਕੁਛ ਕਿੱਥੇ ਕਿੱਥੇ ਪਿਆ। ਤੇ ਜਦੋਂ ਸਾਡੇ ਅੰਦਰ ਫਿਰ ਗਿਆਨ ਦਾ ਪ੍ਰਕਾਸ਼ ਹੁੰਦਾ, ਸਾਡੇ ਮਨ ਦੀ ਜੋਤ ਪ੍ਰਗਟ ਹੋ ਜਾਂਦੀ, ਫਿਰ ਸਾਨੂੰ ਆਪਣੇ ਅੰਦਰ ਦਿਖਾਈ ਦੇਣਾ ਸ਼ੁਰੂ ਹੋ ਜਾਂਦਾ ਹੈ। ਤੇ ਜਦੋਂ ਫਿਰ ਸਾਡੇ ਅੰਦਰ ਦਿਖਾਈ ਦੇਣ ਸਾਨੂੰ ਲੱਗ ਜਾਂਦਾ, ਉਦੋਂ ਫਿਰ ਕਹਿੰਦੇ ਅੰਧਕਾਰ ਦੀਪਕ ਪ੍ਰਗਾਸੇ, ਵੀ ਅੰਧਕਾਰ ਦੇ ਵਿੱਚ ਉਹ ਦੀਪਕ ਜਲ ਪਿਆ, ਪ੍ਰਕਾਸ਼ ਹੋ ਗਿਆ। ਜਿਵੇਂ ਹਨੇਰਾ ਹੋਵੇ ਆਪਾਂ ਦੀਵਾ ਜਗਾ ਦਈਏ, ਲਾਈਟ ਜਗਾ ਦਈਏ ਤੇ ਚਾਨਣ ਹੋ ਜਾਂਦਾ। ਫਿਰ ਉਹ ਪ੍ਰਕਾਸ਼ ਹੋਣ ਦੇ ਨਾਲ ਮਹਾਰਾਜ ਕਹਿੰਦੇ ਨਾਨਕ ਭਰਮ ਮੋਹ ਦੁਖ ਤਹਿਤੇ ਨਾਸੇ। ਵੀ ਪਹਿਲਾਂ ਜਿਹੜਾ ਸਾਡਾ ਮਨ ਭਰਮ 'ਚ ਸੀ, ਅਗਿਆਨਤਾ ਵਿੱਚ ਸੀ, ਮੋਹ ਦੀ ਫਾਹੀ ਪਈ ਸੀ, ਉਹ ਜਿਹੜੇ ਦੁੱਖ ਸੀ ਉਹ ਦੁੱਖ ਨੱਸ ਗਏ, ਉਹ ਦੁੱਖ ਦੂਰ ਹੋ ਗਏ। ਕਿਉਂਕਿ ਹਨੇਰੇ ਦੇ ਵਿੱਚ ਚੋਰ ਲੱਗਦੇ ਸੀ, ਹੁਣ ਸਾਡੇ ਅੰਦਰ ਹਨੇਰਾ ਹੋਣ ਕਰਕੇ ਸਾਡੇ ਅੰਦਰ ਚੋਰ ਲੱਗਦੇ, ਜਿਹੜੇ ਸਾਡੇ ਮਨ ਦੀ ਖੁਰਾਕ ਉਹ ਚੋਰੀ ਕਰ ਲੈਂਦੇ ਅੰਮ੍ਰਿਤ ਰਸ। ਚੋਰ ਕੌਣ ਨੇ? ਇਹ ਪੰਜ, ਕਾਮ ਕ੍ਰੋਧ ਲੋਭ ਮੋਹ ਹੰਕਾਰ। ਇਹ ਸਾਡੇ ਅੰਦਰ ਚੋਰ ਬੈਠੇ ਤੇ ਚੋਰੀ ਕੀ ਕਰਦੇ? ਸਾਡੇ ਮਨ ਦੀ ਖੁਰਾਕ ਜੋ ਅੰਮ੍ਰਿਤ ਹੈ ਉਹ ਚੋਰੀ ਕਰ ਲੈਂਦੇ। ਤੇ ਸਾਡੇ ਮਨ ਨੂੰ ਜਦੋਂ ਖੁਰਾਕ ਮਿਲਦੀ ਨਹੀਂ ਸਾਡਾ ਮਨ ਕਮਜ਼ੋਰ ਹੋਈ ਜਾਂਦਾ, ਦੁਖੀ ਹੋਈ ਜਾਂਦਾ। ਤਾਈਓ ਮਹਾਰਾਜ ਸਾਨੂੰ ਇਹਨਾਂ ਚੋਰਾਂ ਦਾ ਭੇਦ ਦਿੰਦੇ, ਕਹਿੰਦੇ ਇਸ ਦੇਹੀ ਅੰਦਰ ਪੰਜ ਚੋਰ ਵਸੇ, ਕਾਮ ਕ੍ਰੋਧ ਲੋਭ ਮੋਹ ਹੰਕਾਰ। ਅੰਮ੍ਰਿਤ ਲੂਟੇ ਮਨ ਮੁਖ ਨਹੀਂ ਬੂਝੇ, ਕੋਈ ਨਾ ਸੁਣੇ ਪੁਕਾਰਾ। ਉਹਨੇ ਦੇਹੀ ਦੇ ਅੰਦਰ ਹੀ ਮਾਰੇ ਕਹਿੰਦੇ ਪੰਜ ਚੋਰ ਬੈਠੇ। ਚੋਰ ਕਿਹੜੇ? ਕਾਮ ਕ੍ਰੋਧ ਲੋਭ ਮੋਹ ਹੰਕਾਰ। ਤੇ ਚੋਰੀ ਕੀ ਕਰਦੇ? ਕਹਿੰਦੇ ਅੰਮ੍ਰਿਤ ਲੁੱਟੇ, ਵੀ ਤੁਹਾਡਾ ਇਹ ਅੰਮ੍ਰਿਤ ਲੁੱਟ ਰਹੇ ਨੇ, ਤੁਹਾਡੀ ਖੁਰਾਕ ਲੁੱਟ ਰਹੇ ਨੇ, ਕੋਈ ਨਾ ਸੁਣੇ ਪੁਕਾਰਾ। ਮਨ ਦੀ ਕੋਈ ਪੁਕਾਰ ਨਹੀਂ ਸੁਣਦਾ। ਹੁਣ ਇਹ ਅੰਮ੍ਰਿਤ ਸਾਡਾ ਕਦੋਂ ਲੁੱਟ ਲੈਂਦੇ, ਕਦੋਂ ਚੋਰੀ ਕਰ ਲੈਂਦੇ,
ਜਦੋਂ ਅਸੀਂ ਦੂਸਰਿਆਂ ਦੀ ਔਗਣ ਨੂੰ ਫਰੋਲਦੇ ਹਾਂ, ਕਿਸੇ ਦੀ ਅਸੀਂ ਨਿੰਦਿਆ ਕਰਦੇ ਹਾਂ, ਕਿਸੇ ਨਾਲ ਅਸੀਂ ਈਰਖਾ ਵੈਰ ਵਿਰੋਧ ਕਰਦੇ ਹਾਂ, ਅਸੀਂ ਮੰਦੇ ਬੋਲ ਬੋਲਦੇ ਹਾਂ, ਉਦੋਂ ਇਹ ਚੋਰ ਸਾਡੀ ਖੁਰਾਕ ਚੋਰੀ ਕਰ ਲੈਂਦੇ ਅੰਦਰੋਂ ਹੀ, ਸਾਨੂੰ ਪਤਾ ਹੀ ਨਹੀਂ ਲੱਗਣ ਦਿੰਦੇ। ਤੇ ਕਦੋਂ ਚੋਰ ਲੱਗਦੇ? ਕਿਉਂਕਿ ਹਨੇਰਾ, ਅਗਿਆਨਤਾ ਦਾ ਸਾਨੂੰ ਇਹ ਚੋਰ ਦਿਸਦੇ ਵੀ ਨਹੀਂ। ਤੇ ਜਦੋਂ ਫਿਰ ਸਾਡੇ ਅੰਦਰ ਇਹ ਗਿਆਨ ਦਾ ਪ੍ਰਕਾਸ਼ ਹੁੰਦਾ, ਦੀਪਕ ਜਲ ਪੈਂਦਾ, ਫਿਰ ਇਹ ਪਹਿਲਾਂ ਤਾਂ ਚੋਰ ਲੱਗਦੇ ਨਹੀਂ, ਕਿਉਂਕਿ ਇਹਨਾਂ ਨੂੰ ਪਤਾ ਵੀ ਇਹਨਾਂ ਦੇ ਘਰ ਦੇ ਵਿੱਚ ਪ੍ਰਕਾਸ਼ ਹੈ, ਚਾਨਣ। ਜੇ ਲੱਗਣ ਵੀ ਤੇ ਇਹਨਾਂ ਨੂੰ ਪਤਾ ਲੱਗੇ ਵੀ ਅਸੀਂ ਫੜੇ ਜਾਵਾਂਗੇ, ਕਿਉਂਕਿ ਇਹ ਜਾਗਦੇ ਨਹੀਂ। ਚੋਰ ਉਹਨਾਂ ਦੇ ਘਰੇ ਲੱਗਦੇ ਜਿਹੜੇ ਸੁੱਤੇ ਪਏ ਹੁੰਦੇ, ਜਿਹੜੇ ਜਾਗਦੇ ਸੁਚੇਤ ਨੇ ਉਹਨਾਂ ਨੂੰ ਨਹੀਂ ਲੱਗਦੀ। ਇਸੇ ਤਰ੍ਹਾਂ ਹੀ ਫਿਰ ਮਹਾਰਾਜ ਕਹਿੰਦੇ ਬਈ ਸਾਨੂੰ ਜਿਹੜੇ ਦੁੱਖ ਦੇਣ ਵਾਲੇ ਸੀ, ਜਿਹੜੇ ਚੋਰ ਚੋਰੀ ਕਰਦੇ ਸੀ, ਜਦੋਂ ਸਾਡੇ ਹਿਰਦੇ 'ਚ ਪ੍ਰਕਾਸ਼ ਹੋ ਗਿਆ, ਇਹ ਦੁੱਖ ਭਰਮ ਸੀ ਜਿਹੜੇ ਉਹ ਸਾਰੇ ਖਤਮ ਹੋ ਗਏ ਤੇ ਅਸੀਂ ਸੁਖੀ ਵਸਦੇ ਹਾਂ। ਫਿਰ ਅੱਗੇ ਮਹਾਰਾਜ ਫਰਮਾਉਂਦੇ, ਤਪਤ ਮਾਹੇ ਠਾਂਡ ਵਰਤਾਈ, ਆਨੰਦ ਭਇਆ ਦੁੱਖ ਨੱਠੇ ਭਾਈ। ਬਈ ਜਿਹੜਾ ਸਾਡਾ ਮਨ ਪਹਿਲਾਂ ਤਪਦਾ ਸੀ, ਦੁਖੀ ਹੁੰਦਾ ਸੀ ਤਪਸ਼ ਦੇ ਵਿੱਚ, ਤੇ ਨਾਮ ਨੇ ਠੰਡ ਵਰਤਾ ਦਿੱਤੀ। ਕਲ ਤਾਤੀ ਠੰਡਾ ਹਰਨਾਉ। ਬਈ ਇਧਰ ਮਾਇਆ ਦੇ ਵਿੱਚ ਤਪਸ਼ ਹੈ, ਮਾਇਆ ਨੂੰ ਅਗਨ ਆਖਿਆ। ਇਹ ਅਗਨ ਸਾਡੇ ਮਨ ਨੂੰ ਸਾੜਦੀ, ਸਾਡੇ ਮਨ ਨੂੰ ਦੁੱਖ ਦਿੰਦੀ ਹੈ। ਤੇ ਜੋ ਨਾਮ ਮਾਲਕ ਦਾ ਇਹ ਠੰਡਾ ਹੈ, ਜਦੋਂ ਅਸੀਂ ਨਾਮ ਦੇ ਨਾਲ ਜੁੜ ਜਾਂਦੇ ਹਾਂ, ਜਿਹੜਾ ਸਾਡਾ ਮਨ ਤਪ ਰਿਹਾ ਹੁੰਦਾ, ਦੁਖੀ ਅਸ਼ਾਂਤ ਹੁੰਦਾ, ਉਹ ਠੰਡਾ ਹੋ ਜਾਂਦਾ, ਉਹ ਸੀਤਲ ਹੋ ਜਾਂਦਾ। ਜਿਸ ਨੂੰ ਮਾਰੇ ਫਰਮਾਉਂਦੇ, ਤਪਤ ਕੜਾਹਾ ਬੁਝ ਗਿਆ, ਗੁਰ ਸੀਤਲ ਨਾਮ ਦਿਓ। ਬਈ ਪਹਿਲਾਂ ਸਾਡਾ ਮਨ ਸੀ ਜਿਹੜਾ ਜਿਵੇਂ ਤਪਦਾ ਕੜਾਹਾ ਹੁੰਦਾ, ਕੜਾਹੇ ਵਾਂਗੂ ਤਪਦਾ। ਤਪਦਾ ਕਰਕੇ ਤਾਂ ਜੀਵ ਫਿੱਕੇ ਬੋਲ ਬੋਲਦਾ, ਮਾੜੇ ਬੋਲ ਬੋਲਦਾ, ਉਹਨੂੰ ਛੋਟੀ ਛੋਟੀ ਗੱਲ ਤੇ ਗੁੱਸਾ ਆਉਂਦਾ। ਕਿੰਨੀ ਉਹਦੇ ਅੰਦਰ ਤਪਸ਼ ਹੈ, ਕਿੰਨੀ ਗਰਮੈਸ਼, ਕਿੰਨਾ ਉਹ ਤਪ ਰਿਹਾ। ਤੇ ਜਦੋਂ ਅਸੀਂ ਫਿਰ ਅੰਦਰੋਂ ਨਾਮ ਨਾਲ ਜੁੜ ਜਾਂਦੇ, ਸਾਡੇ ਅੰਦਰ ਸਹਿਜ ਆ ਜਾਂਦਾ, ਸਾਡੇ ਬਚਨਾਂ 'ਚ ਸਹਿਜ, ਸਾਡੀ ਭਾਸ਼ਾ ਬੋਲੀ ਤੋਂ ਪਤਾ ਲੱਗ ਜਾਂਦਾ ਵੀ ਇਹਨਾਂ ਦੇ ਅੰਦਰ ਸਹਿਜ ਇੱਕ ਜਾਂ ਕਾਲਾਪਨ ਹੈ। ਜਦੋਂ ਜੀਵ ਦਾ ਅੰਦਰ ਹੀ ਦੁਖੀ ਹੈ ਤੇ ਉਹਨੇ ਜਦੋਂ ਬੋਲਣਾ, ਉਹਨੇ ਮੁਖ 'ਚੋਂ ਅੱਗ ਹੀ ਕੱਢਣੀ, ਉਹਨੇ ਫਿੱਕਾ ਹੀ ਬੋਲਣਾ। ਤੇ ਜਦੋਂ ਸਾਡੇ ਅੰਦਰ ਸ਼ਾਂਤੀ ਹੈ ਤੇ ਅਸੀਂ ਬੋਲਣਾ ਹੀ ਸ਼ਾਂਤੀ ਦੇ ਨਾਲ, ਸਹਿਜ ਦੇ ਨਾਲ। ਇਸ ਕਰਕੇ ਜੋ ਚੀਜ਼ ਸਾਡੇ ਅੰਦਰ ਹੁੰਦੀ ਉਹ ਮੁਖ ਰਾਹੀਂ ਬਾਹਰ ਨਿਕਲਦੀ, ਉਹ ਛਪਾਇਆ ਸ਼ਬਦੀ ਨਹੀਂ। ਮਾਰੇ ਕਹਿੰਦੇ ਅੰਤਰ ਹੋਏ ਸੋ ਨਿਕਲੇ, ਨਾ ਛਪੇ ਛਪਾਇਆ। ਜੇ ਅਸੀਂ ਅੰਦਰੋਂ ਦੁਖੀ ਹਾਂ, ਸਾਡਾ ਮਨ ਅਸ਼ਾਂਤ ਹੈ, ਤੇ ਮੁਖ ਰਾਹੀਂ ਦੁੱਖ ਹੀ ਨਿਕਲਣ। ਜੇ ਅੰਦਰੋਂ ਮਨ ਤਪ ਰਿਹਾ ਤੇ ਉਹ ਮੁਖ ਰਾਹੀਂ ਫਿੱਕੇ ਬੋਲੀ ਬੋਲਣੀ, ਮਾੜਾ ਹੀ ਬੋਲਣਾ। ਜੇ ਸਾਡਾ ਮਨ ਸੀਤਲ ਹੈ, ਠੰਡਾ ਹੈ, ਤੇ ਅਸੀਂ ਜਦੋਂ ਮੁਖ 'ਚੋਂ ਬੋਲਾਂਗੇ, ਅਸੀਂ ਠੰਡੇ ਬਚਨ ਹੀ ਬੋਲਣਾ, ਸਹਿਜ ਦੇ ਨਾਲ ਅੰਮ੍ਰਿਤਮਈ ਬਚਨ ਬੋਲਣਾ। ਇਸ ਲਈ ਉਹ ਫਿਰ ਠੰਡ ਵਰਤਦੀ ਸਾਡੇ ਨਾਲ ਅੰਦਰ। ਜਦੋਂ ਅਸੀਂ ਇਹ ਸਿਮਰਨ ਕਰਦੇ ਹਾਂ, ਅੰਦਰੋਂ ਨਾਮ ਦੇ ਨਾਲ ਜੁੜ ਜਾਂਦੇ ਹਾਂ। ਫਿਰ ਮਹਾਰਾਜ ਕਹਿੰਦੇ ਵੀ ਜਦੋਂ ਨਾਮ ਨਾਲ ਜੁੜ ਗਏ, ਇੱਕ ਤਾਂ ਸਾਡੀ ਤਪਤ ਬੁਝ ਗਈ, ਮਨ ਠੰਡਾ ਹੋ ਗਿਆ। ਫਿਰ ਆਨੰਦ ਭਇਆ ਦੁੱਖ ਨਾਠੇ ਭਾਈ। ਵੀ ਸਾਡਾ ਮਨ ਆਨੰਦ ਵਾਸਤੇ ਚਲਾ ਗਿਆ, ਤੇ ਜਿਹੜੇ ਦੁੱਖ ਸੀ ਉਹ ਸਾਰੇ ਹੀ ਭਾਈ ਖਤਮ ਹੋ ਗਏ। ਜਿਹੜਾ ਮਨ ਪਹਿਲਾਂ ਦੁੱਖਾਂ 'ਚ ਜਾਂਦਾ ਸੀ, ਵੈਰ ਵਿਰੋਧ, ਨਿੰਦਿਆ ਚੁਗਲੀ, ਹਉਮੈ ਹੰਕਾਰ 'ਚ ਜਾਂਦਾ ਸੀ, ਉਹ ਹੁਣ ਦੁੱਖਾਂ 'ਚ ਨਹੀਂ ਜਾਂਦਾ। ਹੁਣ ਉਹ ਆਨੰਦ 'ਚ ਰਹਿੰਦਾ, ਸੁਖੀ ਰਹਿੰਦਾ। ਫਿਰ ਮਹਾਰਾਜ ਫਰਮਾਉਂਦੇ, ਜਨਮ ਮਰਨ ਕੇ ਮਿਟੇ ਅੰਦੇਸੇ, ਸਾਧੂ ਕਹੇ ਪੂਰਨ ਉਪਦੇਸੀ। ਬਈ ਸਾਡਾ ਜਿਹੜਾ ਜਨਮ ਮਰਨ ਦਾ ਸਾਨੂੰ ਜਿਹੜੀ ਚਿੰਤਾ ਸੀ, ਜੋ ਸਾਨੂੰ ਫਿਕਰ ਲੱਗੇ ਸੀ, ਸਾਡਾ ਉਹ ਫਿਕਰ ਵੀ ਖਤਮ ਹੋ ਗਈ। ਜਨਮ ਮਰਨ ਦਾ ਸਾਡਾ ਦੁੱਖ ਹੀ ਖਤਮ ਹੋ ਗਿਆ। ਕਿਵੇਂ ਖਤਮ ਹੋਏ? ਸਾਨੂੰ ਕਿਵੇਂ ਪ੍ਰਾਪਤੀ ਹੋਈ? ਨਾਮ ਦੀ, ਅੰਮ੍ਰਿਤ ਰਸ ਦੀ। ਇਹਦੀ ਵਜ੍ਹਾ ਬਣਿਆ ਸਾਰਾ
ਇੱਕ ਸਾਧੂ ਨੇ ਜਦੋਂ ਸਾਨੂੰ ਉਪਦੇਸ਼ ਦਿੱਤਾ, ਫਿਰ ਇਹ ਸਾਨੂੰ ਸਾਰਾ ਭੇਤ ਆਇਆ। ਸਾਧੂ ਕੇ ਪੂਰਨ ਉਪਦੇਸ਼ੀ, ਬਈ ਸਾਧੂ ਜਨ ਜਦੋਂ ਸਾਨੂੰ ਉਪਦੇਸ਼ ਦਿੰਦੇ, ਉਹ ਉਪਦੇਸ਼ ਦੁਆਰਾ ਸਾਨੂੰ ਇਹ ਸਾਰੀ ਸਮਝ ਆਉਂਦੀ। ਪਹਿਲਾਂ ਤਾਂ ਆਪਾਂ ਨੂੰ ਪਤਾ ਹੀ ਨਹੀਂ ਹੁੰਦਾ। ਹੁਣ ਜਾਜਕ ਆਪਾਂ ਸੰਗਤ ਨਹੀਂ ਕਰਦੇ, ਆਪਾਂ ਨੂੰ ਇਹ ਨਹੀਂ ਪਤਾ ਵੀ ਸਾਡੇ ਅੰਦਰ ਹੀ ਚੋਰ ਬੈਠੇ। ਸਾਡਾ ਜਿਹੜਾ ਮਨ ਦੀ ਖੁਰਾਕ, ਸਾਨੂੰ ਇਹ ਵੀ ਨਹੀਂ ਪਤਾ ਹੁੰਦਾ ਵੀ ਸਾਡੇ ਮਨ ਦੀ ਖੁਰਾਕ ਅੰਮ੍ਰਿਤ ਹੈ। ਸਾਡੇ ਅੰਦਰ ਅੰਮ੍ਰਿਤ ਪਿਆ ਵੀ ਇਹ ਚੋਰ ਲੱਗ ਕੇ ਸਾਡੀ ਖੁਰਾਕ ਲੁੱਟੀ ਜਾਂਦੇ ਨੇ। ਸੋ ਇਹ ਸਾਰਾ ਫਿਰ ਭੇਦ ਸਾਨੂੰ ਸਾਧੂ ਜਨਾਂ ਨੇ ਦੇਣਾ ਵੀ ਕਿਵੇਂ ਅਸੀਂ ਦੁੱਖਾਂ 'ਚ ਜਾਂਦੇ ਹਾਂ, ਕਿਵੇਂ ਅਸੀਂ ਵੈਰ ਵਿਰੋਧ 'ਚ ਜਾਂਦੇ ਹਾਂ, ਕਿਵੇਂ ਸਾਡੇ ਅੰਦਰ ਸਹਿਜ ਆਉਣਾ, ਕਿਵੇਂ ਅਸੀਂ ਸਿਮਰਨ ਕਰਨਾ, ਕਿਵੇਂ ਨਾਮ ਨੇ ਪ੍ਰਗਟ ਹੋਣਾ। ਉਹ ਸਾਰਾ ਫਿਰ ਸਾਨੂੰ ਜਦੋਂ ਸਾਧੂ ਜਨਾਂ ਉਪਦੇਸ਼ ਦਿੰਦੇ, ਉਸ ਉਪਦੇਸ਼ ਨੂੰ ਅਸੀਂ ਸੁਣ ਕੇ ਹਿਰਦੇ 'ਚ ਵਸਾਉਂਦੇ ਹਾਂ, ਮੰਨਦੇ ਹਾਂ। ਫਿਰ ਸਾਡਾ ਇਹ ਜਿਹੜਾ ਜਨਮ ਮਰਨ ਦਾ ਗੇੜ ਇਹ ਖਤਮ ਹੋ ਜਾਂਦਾ ਹੈ। ਜੋ ਸਾਡੇ ਅੰਦਰ ਭੈ ਡਰ ਹੁੰਦਾ, ਜਨਮ ਮਰਨ ਦੀ ਸਾਨੂੰ ਚਿੰਤਾ ਲੱਗੀ ਹੁੰਦੀ, ਉਹ ਸਾਡੇ ਖਤਮ ਹੋ ਜਾਂਦੇ। ਜਨਮ ਮਰਨ ਕੇ ਮਿਟੇ ਜਾਂਦੇ ਸੀ ਵੀ ਸਾਡੇ ਜਿਹੜਾ ਇਹ ਭਰਮ ਸੀ, ਦੁੱਖ ਸੀ, ਇਹ ਸਭ ਖਤਮ ਹੋ ਗਏ ਸਾਧੂ ਦੇ ਉਪਦੇਸ਼ ਦੁਆਰਾ। ਫਿਰ ਮਹਾਰਾਜ ਅੱਗੇ ਬਖਸ਼ਿਸ਼ ਕਰਦੇ, ਭਉ ਚੂਕਾ ਨਿਰਭਉ ਹੋਈ ਵਸੇ, ਸਗਲ ਵਿਆਦ ਮਨ ਤੇ ਖੈ ਨਸੇ। ਬਈ ਜੋ ਸਾਡੇ ਅੰਦਰ ਭਉ ਸੀ, ਉਹ ਭਉ ਡਰ ਉਹ ਖਤਮ ਹੋ ਗਿਆ। ਮਨ ਸੀ ਜਿਹੜਾ ਨਿਰਭਉ ਹੋ ਗਿਆ। ਜਿਵੇਂ ਪਰਮਾਤਮਾ ਆਪ ਨਿਰਭਉ ਹੈ, ਨਿਰਵੈਰ ਹੈ, ਉਹਦੇ ਗੁਣ ਨੇ, ਉਹਨੂੰ ਕਿਸੇ ਦਾ ਭੈ ਨਹੀਂ, ਕਿਸੇ ਦਾ ਡਰ ਨਹੀਂ ਹੈ, ਕਿਸੇ ਨਾਲ ਉਹਦਾ ਕੋਈ ਵੈਰ ਨਹੀਂ ਹੈ। ਸੋ ਇਹੋ ਗੁਣ ਫਿਰ ਜਦੋਂ ਅਸੀਂ ਮਾਲਕ ਦਾ ਸਿਮਰਨ ਕਰਦੇ ਹਾਂ, ਭਗਤੀ ਕਰਦੇ ਹਾਂ, ਉਹੀਓ ਗੁਣ ਸਾਡੇ ਅੰਦਰ ਆ ਜਾਂਦਾ। ਆਪਾਂ ਵੀ ਭਉ ਸਾਡਾ ਖਤਮ ਹੋ ਕੇ ਅਸੀਂ ਵੀ ਨਿਰਭਉ ਹੋ ਜਾਂਦੇ। ਫਿਰ ਮਾਰੇ ਕਹਿੰਦੇ ਵੀ ਜਿਹੜੇ ਮਨ ਦੇ ਦੁੱਖ ਸੀ, ਪਾਪ ਸੀ, ਸਾਰੇ ਰੋਗ ਸੀ ਜਿਹੜੇ ਉਹ ਖਤਮ ਹੋ ਗਏ। ਸਗਲ ਵਿਆਦ ਮਨ ਤੇ ਖੈ ਨਸੇ, ਵੀ ਜਿਹੜੇ ਇਹਨੂੰ ਦੁੱਖ ਕਲੇਸ਼ ਚੁੰਬੜੇ ਹੋਏ ਸੀ, ਸਾਰੇ ਉਹ ਸਾਡੇ ਖਤਮ ਹੋ ਗਏ। ਸਾਡਾ ਜਿਹੜਾ ਭੈ ਡਰ ਸੀ, ਉਹ ਡਰ ਵੀ ਖਤਮ ਹੋ ਗਿਆ। ਮਨ ਨਿਰਭਉ ਹੋ ਕੇ ਵਸਣ ਲੱਗਿਆ। ਤੇ ਜੋ ਫਿਰ ਇਹਦੇ ਅੰਦਰ ਸੈਂਸੇ ਫਿਕਰ ਚਿੰਤਾਵਾਂ ਸੀ, ਉਹ ਵੀ ਸਾਰੀਆਂ ਖਤਮ ਹੋ ਗਈਆਂ, ਰੋਗ ਸਾਰੇ ਖਤਮ ਹੋ ਗਏ। ਫਿਰ ਮਹਾਰਾਜ ਦੱਸਦੇ, ਜਿਸ ਕਾ ਸਾਤਨ ਕਿਰਪਾ ਧਾਰੀ, ਸਾਧ ਸੰਗ ਜਪ ਨਾਮ ਮੁਰਾਰੀ। ਬਈ ਇਹ ਸਾਰੀ ਕਿਰਪਾ ਮਾਲਕ ਨੇ ਕੀਤੀ, ਜਿਹਦੇ ਅਸੀਂ ਬੱਚੇ ਹਾਂ। ਜਿਸ ਕਾ ਸਾਤਨ ਕਿਰਪਾ ਧਾਰੀ, ਵੀ ਉਹਨੇ ਕਿਰਪਾ, ਮਾਲਕ ਨੇ ਆਪ ਹੀ ਕਿਰਪਾ ਕਰਕੇ ਸਾਨੂੰ ਸਾਧ ਸੰਗਤ ਬਖਸ਼ਿਸ਼ ਕੀਤੀ। ਤੇ ਸਾਧ ਸੰਗਤ ਦੇ ਵਿੱਚ ਆਪਾਂ ਉਸ ਮੁਰਾਰੀ ਮਾਲਕ ਨੂੰ ਜਪਦੇ ਹਾਂ। ਜਿਵੇਂ ਹੁਣ ਆਪਾਂ ਸਤਸੰਗ 'ਚ ਆਉਂਦੇ ਹਾਂ, ਇਹ ਸਤਸੰਗਤ ਆਪਾਂ ਨੂੰ ਕਿਹਨੇ ਬਖਸ਼ਿਸ਼ ਕੀਤੀ ਹੈ? ਮਾਲਕ ਨੇ, ਪਰਮਾਤਮਾ ਨੇ, ਉਹਦੀ ਕਿਰਪਾ। ਫੇਰ ਹੀ ਆਪਾਂ ਸੰਗਤ 'ਚ ਆਉਂਦੇ ਹਾਂ। ਤੇ ਸਤਸੰਗ 'ਚ ਆ ਕੇ ਆਪਾਂ ਇਹ ਸਿਮਰਨ ਕਰਦੇ, ਸਾਧ ਸੰਗ ਜਪ ਨਾਮ ਮੁਰਾਰੀ। ਮੁਰਾਰੀ ਕਹਿੰਦੇ ਮਾਲਕ ਨੂੰ, ਪਰਮਾਤਮਾ ਨੂੰ। ਵੀ ਆਪਾਂ ਵਾਹਿਗੁਰੂ ਜਪਦੇ ਹਾਂ, ਵਾਹਿਗੁਰੂ ਨੂੰ ਹੀ ਮੁਰਾਰੀ ਕਹਿ ਦਿੱਤਾ। ਹੁਣ ਆਪਾਂ ਜਦੋਂ ਉਹਦਾ ਸਿਮਰਨ ਕਰਦੇ ਹਾਂ ਤੇ ਫਿਰ ਉਹਦੀ ਕਿਰਪਾ ਮਾਲਕ ਦੀ, ਕਿ ਉਹਦੀ ਕਿਰਪਾ ਹੁੰਦੀ ਆਪਾਂ ਨੂੰ ਸਤਸੰਗ 'ਚ ਲੈ ਕੇ ਆਉਂਦਾ। ਫਿਰ ਉਹਦੀ ਕਿਰਪਾ ਹੁੰਦੀ ਵੀ ਇਹ ਆਪਾਂ ਤੋਂ ਸਿਮਰਨ ਕਰਾਉਂਦਾ। ਮਾਰੇ ਕਹਿੰਦੇ ਸੋ ਸਿਮਰੇ ਜਿਨ ਆਪ ਸਿਮਰਾਈ। ਇਹ ਉਹੀਓ ਸਿਮਰਨ ਕਰਦਾ ਵੀ ਜਿਨ੍ਹਾਂ ਤੋਂ ਮਾਲਕ ਆਪ ਇਹ ਸਿਮਰਨ ਕਰਾਉਂਦੇ। ਇਸ ਲਈ ਫਿਰ ਆਪਾਂ ਨੂੰ ਕਹਿੰਦੇ ਵੀ ਜਿਹਦੇ ਅਸੀਂ ਬੱਚੇ ਹਾਂ, ਉਹਨੇ ਹੀ ਸਾਡੇ ਤੇ ਕਿਰਪਾ ਕੀਤੀ, ਸਾਨੂੰ ਇਹ ਸਾਧ ਸੰਗਤ ਮਿਲਾਈ ਤੇ ਸਾਧ ਸੰਗਤ ਦੇ ਵਿੱਚ ਲਿਆ ਕੇ ਸਾਨੂੰ ਇਹ ਸਿਮਰਨ ਕਰਾਉਂਦਾ, ਆਪਦੇ ਗੁਣ ਗਵਾਉਂਦਾ। ਸੋ ਇਸ ਵਾਸਤੇ ਫਿਰ ਆਪਾਂ ਨੂੰ ਕਹਿੰਦੇ ਵੀ ਇਹ ਕਿਰਪਾ ਦੀ ਨਿਸ਼ਾਨੀ। ਜਦੋਂ ਸਾਡੇ ਤੇ ਕਿਰਪਾ ਕਰਦੇ,
सानू सत संगत दे विच लेके आउंदे। जदों मालक दी साडे ते नज़र हुंदी, फिर जदों सानू सत्संगत मिलदी ते साडे मन दा वासा थैर घर दे विच हो जांदा, 10वें दवार च जो साडा असल घर। मारे फरमाउंदे नदर प्रभु सत संगत पाई, तन निज घर हुआ वासा। कि जदों मालक दी साडे ते नदर होई ते सानू साध संगत मिली, ते फिर साडे मन दा वासा किथे हो गया? थिर घर दे विच, 10वें दवार दे विच। फिर अगे मारे फरमाउंदे थित पाई चूके भरम गवन, सो नानक हर हर जस सरवण। बई साडा मन जिहड़ा पहलां भटकदा सी, जो विचारां दे विच फुरनियां च भज्जिया ही फिरदा सी, फिर साडे मन ने थित पा लई, इहनूं टकाऊ आ गया, इहनूं शांति आ गई, एक थां ते रुक गया। ते जिहड़े साडे मन दे भरम सी, भरम विचार, भरम च ही भज्जिया फिरदा सी, भरम भुलेखे जिहड़े मन दे सी वो सारे खत्म हो गए। किवें होए? भी जदों असीं मालक परमात्मा दी आवाज़ नूं इन्हां सरवणां दुआरा सुणदे, हुण अपने अंदर मालक सब दे बोल रहे। मारे कहंदे सबे घट राम बोले, भी जिन्ने भी घाटे शरीर नूं घट कहंदे, सब घटां दे अंदर राम वाहिगुरू बोल रहे। हुण जदों असीं वो मालक दी आवाज़ नूं सुणदे हां, सुण दे नाल फिर साडा मन है जिहड़ा एक थां ते रुक जांदा, टकाऊ विच आ जांदा है। इसलिए महाराज कहते हर हर जस सरवण। बई जदों असीं वो हरी दा जस, हरी दे मालक दे आपां देखो पहलां जदों हुण आपां संगत च आउंदे हां, मालक दी हजे आपां विचार ही करदे हां, सुणदे हां आपां, इहदे नाल ही साडे मन नूं शांति आउंदी, सुख मिलदा है। ते जदों असीं मालक दी आवाज़ नूं सुणांगे उदों किन्ना सुख, किन्ना आनंद होएगा। जदों असीं मालक दे सन्मुख होवांगे, उहनूं मिलांगे, उदों किन्ना आनंद, किन्ना सुख होएगा। वो फिर कहनी कथनी तो बाहर जिहड़ा बयान नहीं किया जा सकदा, वो आनंद सिर्फ माणिया ही जा सकदा है। फिर महाराज अगे फरमाउंदे निर्गुण आप सरगुण भीओ ही, कला धार जन सगली मोही। हुण परमात्मा दे ये दो रूप ने, निर्गुण अते सरगुण। हुण ये दोवें रूप मालक दे ने, निर्गुण आप सरगुण भीओ ही। निर्गुण कहते ये जो खाली खिला आपां देखते धरती तो समान तक, इसनूं निर्गुण आखी। सरगुण कहते जिहड़े आकार शरीर ने, जो ये आपां आकारां च बैठे, इहनूं मालक दा सरगुण रूप कहते। हुण ये निर्गुण दे विचों मालक ने अपना सरगुण रूप तैयार कीता। ताइयों आप समझाउंदे भी मेरे दो रूप ने, तुसी दसो मैनूं किहड़े रूप दे विच मिलना चाहुंदे। ते दोवें रूप अपने मालक दे सामने, निर्गुण भी सामने आपां सवास दे के जिउंदा रख रहे। आपां जिथे मर्जी चले जाइए, जिधर नूं मर्जी देखीए, सानूं सवास दे के जिउंदा रख रहे, क्योंकि हर पासे मौजूद है। इसनूं करता पुरख कहंदे, आपे करता कर कर वेखे दिन दा साहस गिराहा है। कि करता पुरख सानूं देख रहा ते साडे मुख 'च सवासां दी गिराही पा रहे। हर पासे जिधर नूं भी आपां मुख करिए उधरों ही पा दिंदा। ये मालक दा निर्गुण रूप है, ते सरगुण कहंदे मेरा सरगुण रूप है। जिहड़ा ये आपां आकार देखदे भी ये मेरा सरगुण रूप है, भी जिन्ने भी ये शरीर तुसीं देखदे सारे मेरे ने, मैं सब दे अंदर वसदा। मारे कहंदे सब घट मेरे हो सबना अंदर। हुण गुरबाणी च इन्हां दोवां दी अवस्थित कीती, निर्गुण दी भी अवस्थित कीती भी तू ऐसी कोई थां नहीं जिथे नहीं है, तू सबनी थाई
ਜਿਥੇ ਹੋਂ ਜਾਈ ਸੱਚਾ ਸਿਰਜਣਹਾਰ ਜੀਓ, ਵੀ ਮੈਂ ਜਿੱਥੇ ਵੀ ਜਾਵਾਂ ਤੂੰ ਹਰ ਥਾਂ ਤੇ ਹੀ ਹੈ। ਤੇ ਜਿਹੜਾ ਮਾਲਕ ਦਾ ਸਰਗਨ ਰੂਪ, ਉਹਦੀ ਵੀ ਉਸਤਤ, ਉਹਦੀ ਵੀ ਵਡਿਆਈ ਕੀਤੀ ਹੈ। ਹੁਣ ਇਹ ਜਿਹੜਾ ਆਕਾਰ ਮਾਲਕ ਦਾ ਸਰਗਨ ਰੂਪ ਹੈ, ਤੇ ਸਰਗਨ ਰੂਪ ਦੀ ਵਡਿਆਈ ਕਰਦੇ ਮਹਾਰਾਜ ਕਹਿੰਦੇ ਵੀ ਉਹਦਾ ਲੰਮਾ ਨੱਕ ਹੈ, ਕਾਲੇ ਉਹਦੇ ਨੇਤਰ ਨੇ, ਤੇ ਬੋਲਦਾ ਬੜਾ ਮਿੱਠਾ, ਪਿਆਰ ਦੇ ਨਾਲ ਬੋਲਦਾ। ਇਹ ਮਾਲਕ ਦਾ ਸਰਗਨ ਰੂਪ ਹੈ। ਬਾਗੇ ਕਾਪੜ, ਬੋਲੇ ਬੈਣ, ਲੰਮਾ ਨੱਕ, ਕਾਲੇ ਤੇਰੇ ਨੈਣ, ਕਬੂ ਸਾਹਿਬ ਦੇਖਿਆ ਭੈਣ। ਇਹ ਮਾਲਕ ਸਾਹਿਬ ਦਾ ਸਰਗਨ ਰੂਪ ਹੈ। ਮਹਾਰਾਜ ਕਹਿੰਦੇ ਵੀ ਉਹਦੇ ਇਹ ਕਾਲੇ ਨੇਤਰ, ਲੰਮਾ ਨੱਕ, ਮਿੱਠਾ ਬੋਲੇ ਬੈਣ, ਬੜਾ ਮਿੱਠਾ, ਬੜਾ ਪਿਆਰ ਨਾਲ ਬੋਲਦਾ, ਸਹਿਜ ਦੇ ਵਿੱਚ ਬੋਲਦਾ। ਇਹ ਮਾਲਕ ਦੇ ਸਰਗਨ ਰੂਪ ਦੀ ਵਡਿਆਈ ਕਰਦੇ। ਮੈਂ ਮਹਾਰਾਜ ਕਹਿੰਦੇ ਤੇਰੇ ਬਾਂਕੇ ਲੋਇਣ ਦੰਤ ਰਸਾਲਾ, ਤੇਰੇ ਸੋਹਣੇ ਨੱਕ ਜਿਨ ਲੰਬੜੇ ਬਾਲਾ, ਵੀ ਨੱਕ ਸੋਹਣਾ, ਬਾਲ ਸੋਹਣੇ, ਦੰਦ ਸੋਹਣੇ। ਇਹ ਮਾਲਕ ਦਾ ਸਰਗਨ ਰੂਪ, ਉਹਦੀ ਵਡਿਆਈ। ਇਸ ਕਰਕੇ ਗੁਰੂ ਅਰਜਨ ਦੇਵ ਜੀ ਕਹਿੰਦੇ ਨਿਰਗੁਣ ਆਪ ਸਰਗੁਣ ਵੀ ਹੋਈ, ਵੀ ਨਿਰਗੁਣ ਵੀ ਮਾਲਕ ਤੇ ਸਰਗੁਣ ਰੂਪ ਵੀ ਉਹਦਾ ਹੀ ਹੈ, ਪਰਮਾਤਮਾ ਦਾ ਹੀ ਹੈ। ਸਿਰਫ ਸਾਨੂੰ ਦੇਖਣ ਦੀ ਜਾਂਚ ਆ ਜੀ, ਸਾਡੀ ਦ੍ਰਿਸ਼ਟੀ ਬਣ ਜੇ ਤੇ ਅਸੀਂ ਉਹਨੂੰ ਦੇਖ ਲਈਏ, ਅਸੀਂ ਉਹਨੂੰ ਪਹਿਚਾਣ ਕਰ ਲਈਏ ਵੀ ਤੂੰ ਹੀ ਹੋ। ਇਹ ਮਾਰੇ ਕਹਿੰਦੇ ਕਲਾ ਧਾਰ ਜਨ ਸਗਲੀ ਮੋਹੀ, ਵੀ ਮਾਲਕ ਨੇ ਹੀ ਇਹ ਆਪਣੀ ਜਿਹੜੀ ਮਾਇਆ ਰਚ ਕੇ, ਸ੍ਰਿਸ਼ਟੀ ਰਚ ਕੇ ਫਿਰ ਸਾਰਿਆਂ ਨੂੰ ਇਹ ਮੋਹ ਦੇ ਵਿੱਚ ਪਾ ਦਿੱਤਾ। ਇਹ ਮੋਹ ਦੀ ਬੂਟੀ ਲਾ ਦਿੱਤੀ, ਮਾਇਆ ਠਗੌਰੀ ਲਾ ਦਿੱਤੀ। ਫੇਰ ਮਹਾਰਾਜ ਕਹਿੰਦੇ ਆਪਣੇ ਚਰਿਤ ਪ੍ਰਭ ਆਪ ਬਣਾਈ, ਆਪਣੀ ਕੀਮਤ ਆਪੇ ਪਾਈ। ਬਈ ਮਾਲਕ ਨੇ ਆਪ ਹੀ ਖੇਲ ਤਮਾਸ਼ਾ ਜਿਹੜਾ ਖੇਲ ਸ਼ੁਰੂ ਕੀਤਾ ਹੋਇਆ ਸੰਸਾਰ ਦਾ, ਮਾਇਆ ਦਾ, ਇਹ ਆਪਣੀ ਜਿਹੜੀ ਕੀਮਤ, ਆਪਣਾ ਮੁੱਲ ਉਹ ਆਪ ਹੀ ਜਾਣਦਾ ਹੈ। ਹੋਰ ਕੋਈ ਉਹਦੀ ਕੀਮਤ ਪਾ ਨਹੀਂ ਸਕਦਾ ਮਾਲਕ ਦੀ, ਉਹਦਾ ਅੰਤ ਨਹੀਂ ਪਾਇਆ ਜਾ ਸਕਦਾ, ਬੇਅੰਤ ਹੈ। ਇਸ ਵਾਸਤੇ ਫਿਰ ਆਪਾਂ ਨੂੰ ਸਮਝਾਉਂਦੇ ਵੀ ਇਹ ਮਾਲਕ ਨੇ ਆਪਣਾ ਜਿਹੜਾ ਖੇਲ ਆਪ ਹੀ ਉਸ ਨੇ ਰਚਿਆ ਹੋਇਆ ਹੈ। ਤੇ ਮਾਰੇ ਅੱਗੇ ਕਹਿੰਦੇ ਹਰ ਬਿਨ ਦੂਜਾ ਨਹੀਂ ਕੋਈ, ਸਰਬ ਨਿਰੰਤਰ ਇੱਕੋ ਸੋਈ। ਜਿਨ੍ਹਾਂ ਨੇ ਇੱਕ ਦੀ ਪਹਿਚਾਣ ਕਰ ਲਈ ਉਹਨਾਂ ਨੇ ਆਖਿਆ ਵੀ ਤੇਰੇ ਤੋਂ ਬਿਨਾਂ ਦੂਜਾ ਹੋਰ ਕੋਈ ਹੈ ਹੀ ਨਹੀਂ, ਵੀ ਤੂੰ ਹੀ ਉਹ ਤਾਂ ਹੈ, ਸਭ ਦੇ ਅੰਦਰ ਵੀ ਤੂੰ ਹੈ, ਬਾਹਰ ਵੀ ਤੂੰ ਹੈ। ਇਸ ਲਈ ਕਹਿੰਦੇ ਹਰ ਬਿਨ ਦੂਜਾ ਨਹੀਂ ਕੋਈ, ਵੀ ਦੂਜਾ ਕੋਈ ਨਹੀਂ, ਵੀ ਤੂੰ ਹੀ ਹੋ, ਆਪ ਹੀ ਹੈ। ਜਿਨ੍ਹਾਂ ਨੇ ਇੱਕ ਦੀ ਪਹਿਚਾਣ ਕਰ ਲਈ ਉਹਨਾਂ ਨੂੰ ਫਿਰ ਇੱਕ ਹੀ ਦਿਸਦਾ ਮਾਲਕ ਹੀ। ਜਿਨ੍ਹਾਂ ਨੇ ਆਪਦੇ ਅੰਦਰ ਦੇਖ ਲਿਆ, ਜਿਨ੍ਹਾਂ ਨੇ ਆਪਦੇ ਅੰਦਰੋਂ ਲੱਭ ਲਿਆ, ਉਹਨਾਂ ਨੂੰ ਫਿਰ ਸਾਰਿਆਂ ਦੇ ਵਿੱਚ ਉਹੀਓ ਦਿਸਦਾ, ਕਿਉਂਕਿ ਜੋ ਚੀਜ਼ ਸਾਡੇ ਅੰਦਰ ਹੈ ਉਹ ਸਾਨੂੰ ਦੂਸਰਿਆਂ 'ਚ ਦਿਖਾਈ ਦਿੰਦੀ ਹੈ। ਜਿਵੇਂ ਹੁਣ ਆਪਣੇ ਅੰਦਰ ਪਹਿਲਾਂ ਵੈਰ ਵਿਰੋਧ ਹੁੰਦਾ, ਈਰਖਾ ਨਫ਼ਰਤ ਹੈ, ਤੇ ਉਹ ਸਾਨੂੰ ਦੂਸਰਿਆਂ 'ਚ ਦਿਖਾਈ ਦਿੰਦੀ। ਜਦੋਂ ਸਾਨੂੰ ਸਾਡੇ 'ਚ ਰੱਬ ਦਿਸਣ ਲੱਗ ਗਿਆ ਤੇ ਸਾਨੂੰ ਸਾਰਿਆਂ 'ਚ ਹੀ ਦਿਸਣ ਲੱਗ ਜਾਣਾ। ਜਦੋਂ ਆਪਾਂ ਆਪਦੇ ਅੰਦਰ ਦੇਖ ਲਿਆ ਪਰਮਾਤਮਾ ਨੂੰ ਤੇ ਸਾਨੂੰ ਸਾਰਿਆਂ 'ਚ ਹੀ ਦਿਸੇਗਾ। ਹੁਣ ਸਾਨੂੰ ਕਿਉਂ ਨਹੀਂ ਦਿਖਦਾ ਸਾਰਿਆਂ 'ਚ? ਕਿਉਂਕਿ ਸਾਨੂੰ ਆਪਦੇ ਅੰਦਰ ਨਹੀਂ ਦਿੰਦਾ। ਜੋ ਚੀਜ਼ ਸਾਨੂੰ ਸਾਡੇ ਅੰਦਰ ਹੈ ਉਹੀਓ ਚੀਜ਼ ਸਾਨੂੰ ਅੱਗੇ ਦਿਸਣੀ। ਜਿਵੇਂ ਮਨ ਜਿਹੜਾ ਸਾਡਾ ਸ਼ੀਸ਼ਾ ਅਰਸੀ, ਜਿਵੇਂ ਆਪਾਂ ਸ਼ੀਸ਼ੇ ਅੱਗੇ ਹੁੰਦੇ ਹਾਂ, ਜਿੱਦਾਂ ਦੀ ਆਪਣੀ ਸ਼ਕਲ ਉੱਦਾਂ ਦੀ ਦਿਖਾਉਂਦਾ ਹੈ। ਜੇ ਆਪਾਂ ਹੱਸ ਕੇ ਦੇਖਾਂਗੇ ਹੱਸਦਿਆਂ ਦੀ, ਜੇ ਰੋਂਦਿਆਂ ਦੀ ਰੋਂਦਿਆਂ ਦੀ ਦਿਖਾ ਦੇਣੀ, ਜੇ ਗੁੱਸੇ ਨਾਲ ਦੇਖਾਂਗੇ ਵਿਗਾੜ ਕੇ ਦੇਖਾਂਗੇ ਸ਼ਕਲ, ਉਹ ਵਿਗੜੀ ਹੋਈ ਦਿਖਾ ਦੇਗਾ ਉੱਦਾਂ ਦੀ, ਜਿੱਦਾਂ ਦੀ ਆਪਾਂ ਕਰਕੇ ਦੇਖਾਂਗੇ ਉੱਦਾਂ ਦੀ ਦਿਖਾ ਦੇਣੀ। ਸੋ ਇਸੇ ਤਰ੍ਹਾਂ ਹੀ ਸਾਡਾ ਮਨ ਆਰਸੀ ਹੈ। ਜੋ ਚੀਜ਼ ਸਾਡੇ ਅੰਦਰ ਹੈ ਉਹ ਸਾਨੂੰ ਦੂਸਰਿਆਂ 'ਚ ਦਿਖਾਈ ਦਿੰਦੀ ਹੈ। ਹੁਣ ਸਾਨੂੰ ਸਾਰਿਆਂ 'ਚ ਰੱਬ ਕਿਉਂ ਨਹੀਂ ਦਿਸਦਾ? ਕਿਉਂਕਿ ਸਾਨੂੰ ਆਪਦੇ ਅੰਦਰ ਨਹੀਂ ਦਿਸਦਾ, ਤਾਂ ਕਰਕੇ ਸਾਨੂੰ ਦੂਸਰਿਆਂ 'ਚ ਨਹੀਂ ਦਿੰਦਾ। ਜੇ ਸਾਨੂੰ ਆਪਦੇ ਅੰਦਰ ਦਿਸੇ ਤੇ ਸਾਨੂੰ ਸਾਰਿਆਂ 'ਚ ਹੀ ਦਿਸੇ। ਸੋ ਇਸ ਵਾਸਤੇ ਫਿਰ ਜਿਨ੍ਹਾਂ ਨੇ ਆਪਦੇ ਅੰਦਰ ਦੇਖ ਲਿਆ ਉਹਨਾਂ ਦੇ ਫਿਰ ਇਹ ਵਚਨ ਨੇ ਹਰ ਬਿਨ ਦੂਜਾ ਨਾਹੀ ਕੋਈ, ਸਰਬ ਨਿਰੰਤਰ ਇੱਕੋ ਸੋਈ। ਵੀ ਸਰਬ ਥਾਂ ਹਰ ਥਾਂ ਇੱਕੋ ਨਿਰੰਤਰ ਤੂੰ ਹੀ ਹੈ, ਦੂਜਾ ਹੋਰ ਕੋਈ ਨਹੀਂ। ਉਹਨਾਂ ਨੂੰ ਦੂਜਾ ਦਿਸਦਾ ਹੀ ਨਹੀਂ। ਮਹਾਰਾਜ ਕਹਿੰਦੇ ਓਤ ਪੋਤ ਰਬਿਆ ਰੂਪ ਰੰਗ,
भय प्रगास साध के संग। बई तूं संसार दे विच जिवें ਉਹ ताना बेटा ਹੁੰਦਾ भी तूं ओत बोत तूइयों विच रमिया होइया, सारिਆਂ ਦੇ अंदर भी तूइयों है ते बाहर भी तूइयों है, सारे तेरे ही रूप तेरे ही रंग ने। ते ये सानू फिर भेत आउंदा भय प्रगास साध के संग भी जदों सानू साधु दा संग हुंदा ਉਹ सानू ज्ञान दा प्रकाश चानण कराउंदे। फिर सानू ये भेत खुलदा भी दूजा नहीं कोई, भी ये मालिक ही है सब दे अंदर भी ते बाहर भी। फिर महाराज कहते रच रचना अपनी कल धारी, अनेक बार नानक बलिहारी। भी ये जो तेरी रचना मालिक ने जो रची है, जो एक कला मालिक ने सृष्टि जो टकाई है नाम दे आसरे, नाम दन थंम लाया होया। असीं अनेकां बार ही मालिक ते सच ते नाम ते कहते बलिहार जाते हैं, बारे जाते हैं, सदके जाते हैं। बई जिन्हें बिना थम्मां तो ही सारा कुछ कढ़ाया होया। देखो आप तो घर पाने तो भी थंम लाउणी पैंदी। हुण मालिक ने किड्डा आसमान देखो, इनू किहड़ा थंम लाया होया, धरती किन्नी काहदे आसरे खड़ी है, इनू नाम दा थंम लाया। नाम दे आसरे अपनी जिहड़ी कला मालिक ने जो कला उहदे कोल कला है नाम, नाम दे आसरे फिर उन्हें सारियां चीज़ टकाई हुई है। जिन्ने भी खंड ब्रह्मंड, जिन्ने भी शरीर कार सब नाम दे आसरे चलते। भाइयों महाराज फरमाउंदे अपन नाम के धारे खंड ब्रह्मंड में, जिन्ने भी खंड ब्रह्मंड नाम दे आसरे खड़े, नाम दा थंम लाया। अपने शरीर नूं भी खंड आखे, ये भी नाम दे आसरे खड़ा है, नाम दे आसरे चलदा। जदों नाम निकल जाता है तो फिर क्यों नहीं चलता, डिग पैंदा, मिट्टी दी मिट्टी हो जाती ढेरी। ताइयों आपां नूं कहंदे भी ये प्रपंच इन्हां पंजां तत्तां दे विच जिहड़ी वडियाई वो नाम दी है, भी जिहदे आसरे खड़े। और नहीं जाए तत्त ने जिहड़े सब इन्हां दा सुभाव वक्खो वक्खरा, आपां इन्हां नूं इकट्ठा करिए इकट्ठा नहीं कर सकते। पौन पानी अगन मिट्टी आकाश कोई चीज़ नहीं बई जिहड़ी इन्हां नूं इकट्ठियां कर सकी। अग ते पानी नूं आपां इकट्ठा करना होइए नहीं कर सकते, धरती ते आकाश नूं इकट्ठा करना होए आपां नहीं कर सकते। पर ये पंजे तत्त अपने अंदर ने ते है आपस विच एक दूसरे दा इन्हां दा सुभाव नहीं मिलदा, पर इकट्ठे खड़े ने, इन्हां दा संतुलन बिगड़दा नहीं, एक दूसरे नूं नुकसान नहीं करते। क्यों? क्योंकि नाम दा थंम लाए। इसलिए महाराज कहते इस परपंच में साचे नाम की वडियाई मत को धरो घमन्ना। सतगुर की जिसनों मत आवे सो सतगुर माहे सुमन्ना। भी जिन्हों ये समझ आ गई, जिन्हों भेत आ गया, वो सतगुर च लीन हो जाता, उहदे अंदरों हौमे खत्म हो जाती। भी हौमे कादी, कादा हंकार, सारा बल तो नाम दा। सो इस वास्ते फिर महाराज कहते भी असीं अनेकां बार बलिहार जाने नाम तो, मालिक तो, भी जिन्हें ये सारी सृष्टि पैदा की। तो आपां नूं कहंदे भी हुण आपां भी उहदा सिमरन करिए, जिस मालिक ने सानूं पैदा कीता, जिहदे आपां बच्चे हाँ, ते असीं उहदे विच समा जाइए, सानूं भी उहदा भेत आ जे, आपां नूं भी उहदी सोझी आ जे, ते जिह तों पैदा होए उहदे विच सानूं समाउणा आ जे, उहदे च लीन हो जाइए। उहदे वास्ते फिर आपां नूं इह सिमरन अभ्यास दसदे भी जिउं जिउं असीं सिमरन करांगे ते उहदे सानूं समझ आउणी ते उहदे सानूं ज्ञान होना। आओ सारे गुरमुख प्यारे करो जी शुरू। वाहिगुरू 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 वाहिगुरू
ਵਾਹਿਗੁਰੂ 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 ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇਸ ਤਰੀਕੇ ਨਾਲ ਗੁਰਮੁਖ ਹੋਈ ਆਪਾਂ ਬਾਅਦ ਚੋਂ ਬਸ ਸਿਮਰਨ ਕਰਨਾ, ਬਹਿੰਦੇ ਉੱਠਦੇ ਕੰਮ ਕਰਦੇ ਤਾਂ ਕਿ ਸਾਡੇ ਹਿਰਦੇ 'ਚ ਵਸ ਜੇ। ਜਦੋਂ ਵਸ ਜੇਗਾ ਫਿਰ ਆਪ ਮੁਹਾਰੇ ਆਪ ਹੀ ਚੱਲੀ ਜਾਏਗਾ। ਜਦੋਂ ਆਪਾਂ ਚੱਲਾਂਗੇ ਬੈਠਾਂਗੇ ਕੰਮ ਕਰਾਂਗੇ ਫਿਰ ਚੱਲੀ ਜਾਣਾ ਸਾਡੇ, ਜਦੋਂ ਸਾਡੇ ਹਿਰਦੇ 'ਚ ਵਸ ਗਈ। ਇਸ ਲਈ ਆਪਾਂ ਨੂੰ ਫਰਮਾਉਂਦੇ ਸਦਾ ਸਦਾ ਸਿਮਰ ਦਿਨ ਰਾਤ ਉਠਤ ਬੈਠਤ ਸਾਸ ਗਿਰਾਸ। ਮਾਰੇ ਕਹਿੰਦੇ ਸਦਾ ਹੀ ਸਿਮਰੋ, ਦਿਨ ਰਾਤ ਸਿਮਰੋ। ਕਿਵੇਂ ਸਿਮਰੋ? ਸਾਸ ਗਿਰਾਸ ਸਿਮਰੋ। ਇਹ ਜੋ ਆਪਾਂ ਸਿਮਰਨ ਕਰਦੇ ਨੂੰ ਸਾਸ ਗਿਰਾਸ ਕਹਿੰਦੇ। ਵਾਜੋ ਵਾਜੇ ਆਪਾਂ ਸਿਮਰਨ ਕਰਨਾ, ਗੁਰਬਾਣੀ ਗੁਰੂ ਨੂੰ ਪੜ੍ਹ ਕੇ ਵਿਚਾਰਨਾ, ਖੋਜਣਾ ਤਾਂ ਕਿ ਸਾਡਾ ਮਨ ਪਾਸੇ ਨਾ ਜਾਵੇ। ਸਾਨੂੰ ਜੋ ਗੁਰਬਾਣੀ ਗੁਰੂ ਉਪਦੇਸ਼ ਦੇ ਰਹੇ ਸਾਨੂੰ ਉਹਦੀ ਸਮਝ ਲੱਗ ਜੇ। ਉਹਦੇ ਵਾਸਤੇ ਫਿਰ ਆਪਾਂ ਜਦੋਂ ਗੁਰਬਾਣੀ ਨੂੰ ਪੜ੍ਹਦੇ ਨਾਲ ਨਾਲ ਵਿਚਾਰੀ ਜਾਣਾ ਵੀ ਤਾਂ ਕਿ ਸਾਡਾ ਮਨ ਵਿਚਾਰਾਂ 'ਚ ਨਾ ਚਲਾ ਜਾਵੇ ਜਾਂ ਸਾਨੂੰ ਨੀਂਦ ਨਾ ਆ ਜੇ। ਜਦੋਂ ਵਿਚਾਰਾਂਗੇ ਤੇ ਫਿਰ ਇਹ ਸਹਿਜ ਵਿੱਚ ਜਾਏਗਾ। ਵਾਜੋ ਵਾਜੇ ਆਪਾਂ ਸਤ ਸੰਗਤ ਕਰਨੀ, ਜਿੰਨੀ ਆਪਾਂ ਸੰਗਤ ਕਰਦੇ ਹਾਂ ਉਨਾ ਹੀ ਆਪਾਂ ਨੂੰ ਇਹ ਜੀਵਨ ਦਾ ਲਾਹਾ ਹੈ। ਇਹ ਜੋ ਸਾਰਾ ਭੇਦ ਗੁਰਬਾਣੀ ਗੁਰੂ ਦੁਆਰਾ ਆਪਾਂ ਨੂੰ ਦਿੱਤਾ ਮਹਾਂਪੁਰਖਾਂ ਨੇ, ਭਾਈ ਸਾਹਿਬ ਭਾਈ ਸੇਵਾ ਸਿੰਘ ਜੀ ਧਰਮਾਲਾ, ਇਹ ਜੋ ਆਪਣੇ ਜੀਵਨ ਦਾ ਅਸਲ ਮਕਸਦ ਮਾਲਕ ਨੂੰ ਮਿਲਣਾ, ਪਰਮਾਤਮਾ ਨੂੰ ਮਿਲਣਾ, ਕਿਵੇਂ ਅਸੀਂ ਸਦਾ ਵਾਸਤੇ ਅਮਰ ਹੋਣਾ, ਕਿਵੇਂ ਉਹ ਸਾਨੂੰ ਅੰਮ੍ਰਿਤ ਰਸ ਆਉਣਾ। ਜੋ ਮਹਾਰਾਜ ਜੀ ਆਪਾਂ ਨੂੰ ਫਰਮਾਉਂਦੇ ਅੰਮ੍ਰਿਤ ਪੀਵੇ ਅਮਰ ਸੁ ਹੋਵੇ, ਉਹ ਅਸੀਂ ਅੰਮ੍ਰਿਤ ਪੀ ਕੇ ਕਿਵੇਂ ਅਮਰ ਹੋਣਾ, ਕਿੱਥੇ ਸਾਡੇ ਅੰਦਰ ਉਹ ਅੰਮ੍ਰਿਤ ਪਿਆ ਹੈ, ਕਿਵੇਂ ਉਹ ਅੰਮ੍ਰਿਤ ਲੈਣਾ ਅਸੀਂ, ਉਹ ਆਪਾਂ ਨੂੰ ਸਾਰਾ ਗੁਰਮੁਖਾਂ ਨੇ ਗੁਰਬਾਣੀ ਗੁਰੂ ਰਾਹੀਂ ਭੇਜ ਦਿੱਤਾ। ਸੋ ਆਪਾਂ ਵੀ ਇਹ ਭੇਦ ਲੈ ਕੇ ਅੰਦਰੋਂ ਅੰਮ੍ਰਿਤ ਲੈਣਾ ਤਾਂ ਕਿ ਅਸੀਂ ਸਦਾ ਲਈ ਅਮਰ ਹੋ ਜੀ। ਸੋ ਇੰਨੀਆਂ ਬੇਨਤੀਆਂ, ਇੰਨੇ ਵਿਚਾਰ ਕਰਦੇ ਹੋਏ ਜੇ ਕੋਈ ਐਸਾ ਸ਼ਬਦ ਬੋਲਿਆ ਗਿਆ ਹੋਵੇ ਸੰਗਤ ਅਤੇ ਸਤਿਗੁਰੂ ਬਖਸ਼ਣ ਯੋਗ ਨੇ ਬਖਸ਼ ਲੈਣਾ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ 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 ਵਾਹਿਗੁਰੂ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।